ਉਠਤ ਬੈਠਤ ਹਰ ਹਰ ਧਿਆਇਐ। ਉਠਤ ਬੈਠਤ ਹਰ ਹਰ ਧਿਆਇਐ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਅਨ ਦਿਨ ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਅਨ ਦਿਨ ਉਠਤ ਬੈਠਤ ਹਰ ਹਰ ਧਿਆਇਐ। ਉਠਤ ਬੈਠਤ ਹਰ ਹਰ ਧਿਆਇਐ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਵਾਹਿਗੁਰੂ ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਉਠਤ ਬੈਠਤ ਗੁਰਪੁਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ, ਕਰ ਇਸਨਾਨ ਗ੍ਰਹਿ ਆਏ। ਆਨੰਦ ਮੰਗਲ ਸੁਖ ਪਾਏ, ਆਨੰਦ ਮੰਗਲ ਸੁਖ ਪਾਏ। ਆਨੰਦ ਮੰਗਲ ਸੁਖ ਪਾਏ, ਆਨੰਦ ਮੰਗਲ ਸੁਖ ਪਾਏ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਉਠਤ ਬੈਠਤ ਹਰ ਹਰ ਧਿਆਇਐ। ਉਠਤ ਬੈਠਤ ਹਰ ਹਰ ਧਿਆਇਐ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਸੰਤੋ ਰਾਮ ਨਾਮ ਨਿਸਤਾਰੀਐ। ਸੰਤੋ ਰਾਮ ਨਾਮ ਨਿਸਤਾਰੀਐ। ਉਠਤ ਬੈਠਤ ਹਰ ਹਰ ਧਿਆਇਐ। ਅਨ ਦਿਨ ਸੁਕਰਤ ਕਰੀਐ। ਵਾਹਿਗੁਰੂ ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਅਨ ਦਿਨ ਸੁਕਰਤ ਕਰੀਐ। ਉਠਤ ਬੈਠਤ ਹਰ ਹਰ ਧਿਆਇਐ। ਉਠਤ ਬੈਠਤ ਹਰ ਹਰ ਧਿਆਇਐ। ਅਨ ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ। ਅਨ
संत का मार्ग धर्म की पौड़ी, को वड भागी पाए, को वड भागी पाए, को वड भागी पाए। कोट जन्म के किल बिखुना से, हर चरनी चित लाए, वाहिगुरु हर चरनी चित लाए, हर चरनी चित लाए, हर चरनी चित लाए। अन दिल सुकृत करिए, अन दिल सुकृत करिए, अन दिल सुकृत करिए, अन दिल सुकृत करिए। ओठत बैठत हर हर ध्याइए, ओठत बैठत हर हर ध्याइए। अन दिन सुकृत करिए, अन दिन सुकृत करिए, अन दिन सुकृत करिए, अन दिन सुकृत करिए। पुस्तक करो सदा प्रभु अपने, जिन पूरी काल राखी। जी जानत सब पाई पवित्रा, सतगुर की सच साखी, सतगुर की सच साखी, सतगुर की सच साखी, सतगुर की सच साखी। अन दिन सुकृत करिए, अन दिन सुकृत करिए, अन दिन सुकृत करिए, अन दिन सुकृत करिए, अन दिन सुकृत करिए। ओठत बैठत हर हर ध्याइए, ओठत बैठत हर हर ध्याइए। अन दिन सुकृत करिए, अन दिन सुकृत करिए, अन दिन सुकृत करिए, अन दिन सुकृत करिए। विघ्न विनाशन सब दुख नाशन, सतगुर नाम तृणा। होए पाप भय सब पावन, जन नानक सुख कर, जन नानक सुख कर आया, जन नानक सुख कर आया, जन नानक सुख कर आया, जन नानक सुख कर आया। अन दिन सुकृत करिए, अन दिन सुकृत करिए, अन दिन सुकृत करिए, अन दिन सुकृत करिए। ओठत बैठत हर हर ध्याइए, ओठत बैठत हर हर ध्याइए। अन दिन सुकृत करिए, अन दिन सुकृत करिए, अन दिन अन दिन अन दिन सुकृत करिए, करिए करिए वाहिगुरु करिए। अन दिन सुकृत करिए, अन दिन सुकृत करिए, अन दिन
ਦਿਨ ਸੁਕਰਤ ਕਰੀਐ, ਅਨ ਦਿਨ ਸੁਕਰਤ ਕਰੀਐ, ਅਨ ਦਿਨ ਅਨ ਦਿਨ ਸੁਕਰਤ ਕਾਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕਰਤ ਕਰੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹਿ ਮਿਲੰਤ ਜਮ ਤਰਾਸ ਮਿਟਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹਿ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨ ਸੱਜੇ ਹਨ। ਦਿਨ ਦੇ ਦੀਵਾਨਾਂ ਅੰਦਰ ਆਪ ਜੀ ਨੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ, ਗੁਰੂ ਘਰ ਦਾ ਰਾਗੀ ਜੱਥਾ ਆਪ ਜੀ ਨੂੰ ਸਰਵਣ ਕਰਾ ਰਿਹਾ ਸੀ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨੇ ਜਾਉ। ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਤਿਲੰਗ ਰਾਗ ਦਾ ਹੈ। ਜਿਸ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਵਾਰਨੇ ਬਾਰੇ, ਕੁਰਬਾਨ ਹੋਣ ਬਾਰੇ ਸੱਚੇ ਪਾਤਸ਼ਾਹ ਬਖਸ਼ਿਸ਼ ਪੈ ਕਰਦੇ ਸਨ ਕਿ ਜਿਹੜੇ ਰੱਬ ਨੂੰ ਯਾਦ ਕਰਦੇ ਨੇ, ਉਸ ਮਾਲਕ ਦਾ ਨਾਮ ਜਪਦੇ ਨੇ, ਉਹਨਾਂ ਤੋਂ ਮੈਂ ਕੁਰਬਾਨ ਜਾਵਾਂ, ਸਦਾ ਹੀ ਉਹਨਾਂ ਤੋਂ ਬਲਹਾਰ ਜਾਵਾਂ। ਜਿਹੜੇ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਦੇ ਨੇ, ਜਿਨ੍ਹਾਂ ਨੂੰ ਰੱਬ ਉੱਤੇ ਭਰੋਸਾ ਹੈ, ਵਿਸ਼ਵਾਸ ਹੈ, ਸ਼ਰਧਾ ਹੈ। ਇਹ ਸ਼ਬਦ ਆਰੰਭ ਹੁੰਦਾ ਹੈ, ਕਾਇਆ ਰੰਗਣ ਜੇ ਤੀਏ ਪਿਆਰੇ, ਪਾਈਏ ਨੌ ਮਜੀਠ। ਇਹ ਅਗਲੀਆਂ ਪੰਕਤੀਆਂ ਨੇ, ਪਰ ਸ਼ਬਦ ਦੀ ਆਰੰਭਤਾ ਹੈ। ਕਹਿਣ ਲੱਗੇ ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸਿੱਝੈ ਜਾਏ। ਇਹ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਇੱਕ ਵਾਰੀ ਸਾਰੀ ਸੰਗਤ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਹਿੰਦੇ ਨੇ ਇਹ ਸਰੀਰ ਇੱਕ ਰੱਬ ਦਾ ਬਣਾਇਆ ਹੋਇਆ ਉਹ ਭਾਂਡਾ ਹੈ, ਉਹ ਕੱਪੜਾ ਹੈ ਜਿਹਦੇ ਉੱਤੇ ਰੰਗ ਚੜਿਆ ਹੋਇਆ ਹੈ। ਜਿਵੇਂ ਹਰ ਕੱਪੜੇ ਦੇ ਉੱਤੇ ਕੋਈ ਨਾ ਕੋਈ ਰੰਗ ਹੁੰਦਾ ਹੈ। ਕਈ ਰੰਗ ਦੁਨੀਆ ਵਿੱਚ ਐਸੇ ਨੇ ਜਿਹੜੇ ਬੜੀ ਛੇਤੀ ਹੀ ਲੈ ਜਾਂਦੇ ਨੇ, ਤੇ ਕਈ ਰੰਗ ਐਸੇ ਨੇ ਜਿਹੜੇ ਲੈਂਦੇ ਹੀ ਨਹੀਂ। ਕੱਪੜਾ ਭਾਵੇਂ ਪਾੜ ਜਾਵੇ, ਉਹ ਸਦਾ ਹੀ ਪੱਕਾ ਰੰਗ ਰਹਿੰਦਾ ਹੈ। ਸਤਿਗੁਰੂ ਕਹਿੰਦੇ ਨੇ ਇਹ ਸਰੀਰ ਇੱਕ ਕੱਪੜਾ ਏ, ਪਰ ਜੇ ਇਹਦੇ ਉੱਤੇ ਕੱਚਾ ਰੰਗ ਹੈ, ਉਹ ਕੱਚਾ ਰੰਗ ਕਿਹੜਾ? ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਲੱਭ ਦਾ ਰੰਗਿਆ ਹੋਇਆ, ਲੋਭ ਦਾ ਰੰਗਿਆ ਹੋਇਆ ਇਹ ਸਰੀਰ ਰੂਪੀ ਕੱਪੜਾ ਏ, ਪਰ ਇਹ ਕੱਪੜਾ, ਇਹ ਰੰਗ ਕੱਚਾ ਏ, ਇਹ ਕਦੀ ਵੀ ਸਦਾ ਨਹੀਂ ਰਹਿਣ ਵਾਲਾ। ਇਹੋ ਤਨ ਮਾਇਆ, ਮਾਇਆ ਦੀ ਪਾਹ ਚੜੀ। ਜਿਵੇਂ ਲਲਾਰੀ ਦੇ ਕੋਲ ਆਪਾਂ ਕੱਪੜਾ ਲੈ ਕੇ ਪੁਰਾਣੇ ਸਮੇਂ ਵਿੱਚ ਜਾਂਦੇ ਸਨ,
ਤੇ ਉਹ ਪਹਿਲਾਂ ਉਹਦੀ ਪਾਹ ਲਾਉਂਦਾ ਹੁੰਦਾ ਸੀ ਕੱਪੜੇ ਦੀ, ਫਿਰ ਰੰਗ ਚੜਦਾ ਹੁੰਦਾ ਸੀ ਪੱਕਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਸਰੀਰ ਨੂੰ ਪਾਹ ਚੜੀ ਹੋਈ ਏ, ਕਿਹੜੀ? ਲੋਭ ਦੀ, ਲਾਲਚ ਦੀ, ਹਉਮੈ ਦੀ, ਹੰਕਾਰ ਦੀ ਔਗਣਾ ਰੂਪੀ ਪਾਹ ਚੜੀ ਏ। ਤੇ ਮਾਲਕ ਨੂੰ ਇਹ ਕੱਪੜਾ ਕਿਵੇਂ ਚੰਗਾ ਲੱਗੇਗਾ, ਗੁਰੂ ਨੂੰ ਕੱਪੜਾ ਕਿਵੇਂ ਚੰਗਾ ਲੱਗੇਗਾ ਸਰੀਰ ਰੂਪੀ? ਪਹਿਲਾਂ ਇਹ ਮੈਲ ਲਾਹਣੀ ਪਵੇਗੀ, ਇਹ ਪਾਹ ਨੂੰ ਲਾਹਣਾ ਪਵੇਗਾ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ। ਮੇਰੇ ਕੰਤ ਨੂੰ, ਵਾਹਿਗੁਰੂ ਅਕਾਲ ਪੁਰਖ ਨੂੰ ਉਹ ਸਰੀਰ ਰੂਪੀ ਚੋਲਾ ਨਹੀਂ ਚੰਗਾ ਲੱਗਦਾ, ਜਿਹਦੇ ਉੱਤੇ ਲੋਭ ਹੈ, ਲਾਲਚ ਹੈ, ਜਿਹਦੇ ਅੰਦਰ ਹੰਕਾਰ ਹਉਮੈ ਵੀ। ਉੱਥੇ ਰੱਬ ਕਿਵੇਂ ਆਣ ਕੇ ਬਵੇਗਾ? ਰੱਬ ਨੇ ਤੇ ਉੱਥੇ ਹੀ ਬਹਿਣਾ ਜਿਹੜਾ ਬਿਲਕੁਲ ਪਵਿੱਤਰ ਹੈ, ਜਿਹੜਾ ਗੁਰੂ ਤੇ ਵਿਸ਼ਵਾਸ ਰੱਖਦਾ, ਜਿਹਦੀ ਭਾਵਨਾ ਗੁਰੂ ਨਾਲ ਜੁੜੀ ਹੋਈ ਹੈ। ਕਹਿਣ ਲੱਗੇ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸਿਜੈ ਜਾਏ। ਸਿਜ ਤੇ ਮਾਲਕ ਕਿਵੇਂ ਆਏਗਾ? ਫਿਰ ਹਾਉ ਦੀਆਂ ਪੰਕਤੀਆਂ ਸਨ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ। ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੇ ਜਾਉ, ਮੈਂ ਨਾ ਤੋਂ ਸਦਾ ਹੀ ਕੁਰਬਾਨ ਜਾਨਾ ਵਾਂ, ਬਲਹਾਰ ਜਾਨਾ ਵਾਂ। ਤੇ ਗੁਰੂ ਨਾਨਕਾ ਪਾਤਸ਼ਾਹ ਕਹਿਣ ਲੱਗੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਜਿਨ ਕੇ ਚੋਲੇ ਰਤੜੇ ਪਿਆਰੇ। ਅੱਗੇ ਜਾ ਕੇ ਸ਼ਬਦ ਆਉਂਦਾ ਹੈ, ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਮਜੀਠ ਦਾ ਰੰਗ ਪੱਕਾ ਮੰਨਿਆ ਗਿਆ ਹੈ। ਉਹ ਮਜੀਠ ਦਾ ਰੰਗ ਜਿਹੜਾ ਇੰਨੀਆਂ ਮੁਸ਼ਕਤਾਂ ਸਹਿ ਕੇ ਜਾ ਕੇ ਤਿਆਰ ਹੁੰਦਾ ਤੇ ਫਿਰ ਜਾ ਕੱਪੜੇ ਨੂੰ ਚੜਦਾ, ਫਿਰ ਕੱਪੜਾ ਭਾਵੇਂ ਪਾੜ ਜਾਵੇ ਫਿਰ ਰੰਗ ਨਹੀਂ ਉਤਰਦਾ। ਸਤਿਗੁਰੂ ਕਹਿੰਦੇ ਨੇ ਉਹ ਰੰਗ ਤੇਰੇ ਸਰੀਰ ਤੇ ਚੜ ਜਾਵੇ, ਤੇਰੇ ਮਨ ਤੇ ਚੜ ਜਾਵੇ, ਗੁਰੂ ਦੇ ਪਿਆਰ ਦਾ, ਮਜੀਠ ਦਾ ਪੱਕਾ ਰੰਗ। ਭਾਵ ਤੂੰ ਆਪਣੇ ਗੁਰੂ ਤੇ ਭਰੋਸਾ ਰੱਖੇ, ਤੇਰਾ ਵਿਸ਼ਵਾਸ, ਤੇਰੀ ਸ਼ਰਧਾ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਹੋਵੇ। ਤੇਰਾ ਮਨ ਕਦੀ ਡੋਲੇ ਹੀ ਨਾ, ਅਡੋਲ ਰਵੇ, ਤੂੰ ਸਦਾ ਹੀ ਗੁਰੂ ਤੇ ਭਰੋਸਾ ਰੱਖੇ। ਇਹ ਹੈ ਪੱਕਾ ਰੰਗ। ਕਦੀ ਗੁਰੂ ਨੂੰ ਛੱਡਣਾ ਨਾ, ਗੁਰੂ ਤੇ ਵਿਸ਼ਵਾਸ ਰੱਖਣਾ, ਗੁਰੂ ਤੇ ਭਰੋਸਾ ਰੱਖਣਾ। ਜਿਹੜੇ ਕੱਚੇ ਰੰਗ ਨੇ ਸਾਧ ਸੰਗਤ, ਉਹ ਕੱਚੇ ਲੋਕ ਉਹ ਥਾਂ ਥਾਂ ਤੇ ਭੜਕਦੇ ਰਹਿੰਦੇ ਨੇ, ਗੁਰੂ ਨੂੰ ਛੱਡ ਕੇ ਹੋਰ ਥਾਵਾਂ ਤੇ ਵੀ ਚਲੇ ਜਾਂਦੇ ਨੇ। ਪਰ ਜਿਹੜਾ ਸਿੱਖ ਦੇ ਅੰਦਰ ਗੁਰੂ ਦੇ ਸ਼ਬਦ ਦਾ, ਮਜੀਠ ਦਾ ਰੰਗ ਲੱਗ ਗਿਆ, ਉਹ ਗੁਰੂ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ। ਇਹ ਸ਼ਬਦ ਆਪ ਜੀ ਸਰਵਣ ਕਰ ਰਹੇ ਸੀ। ਜਿੱਥੇ ਐਸੇ ਹੀ ਹਫ਼ਤੇ 23 ਮਾਰਚ ਨੂੰ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀ। 30 ਮਾਰਚ ਨੂੰ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਵੀ ਆਉਣਾ ਹੈ। ਜਦੋਂ ਆਪਾਂ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਬਾਰੇ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਉਹਨਾਂ ਬਾਰੇ, ਤੇ ਸਰਦਾਰ ਭਗਤ ਸਿੰਘ ਨੇ ਕਾਹਦੇ ਲਈ ਸ਼ਹੀਦੀ ਦਿੱਤੀ ਹੈ? ਅੱਜ ਤੋਂ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਤੋਂ ਪਿੱਛੇ ਆਪਾਂ ਚੱਲ ਜਾਈਏ। ਜਦੋਂ ਅੰਗਰੇਜ਼ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਆਉਂਦਾ ਏ, ਉਹਦੇ ਕੋਲ ਕੋਈ ਫੌਜ ਨਹੀਂ, ਕੋਈ ਤਾਕਤ ਨਹੀਂ, ਇੱਕ ਵਪਾਰ ਕਰਨ ਦੇ ਬਹਾਨੇ ਉਹ ਆਇਆ ਤੇ ਉਹਨੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕੀਤਾ। ਪੰਜਾਬ ਉਦੋਂ ਇੱਕ ਵੱਖਰਾ ਦੇਸ਼ ਸੀ ਤੇ ਹਿੰਦੁਸਤਾਨ ਇੱਕ ਵੱਖਰਾ ਦੇਸ਼ ਸੀ, ਦੋ ਦੇਸ਼ ਸਨ। ਇਹ ਜਦੋਂ ਅੰਗਰੇਜ਼ ਆਉਂਦਾ ਹੈ ਹਿੰਦੁਸਤਾਨ ਦੇ ਉੱਤੇ, ਇਹਨੇ ਪਹਿਲਾ ਕਬਜ਼ਾ ਜਿਹੜਾ ਹਿੰਦੁਸਤਾਨ ਤੇ ਕੀਤਾ ਹੈ। ਕੋਈ ਬਹੁਤੀ ਉਹਨੂੰ ਕਬਜ਼ਾ ਕਰਨ ਲੱਗਿਆਂ ਜਾਂ ਹਿੰਦੁਸਤਾਨ ਨੂੰ ਗੁਲਾਮ ਬਣਾਉਣ ਲੱਗਿਆਂ ਉਹਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਾ, ਉਹਨੂੰ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਈ, ਕੋਈ ਲੜਾਈ ਝਗੜਾ ਇੰਨਾ ਨਹੀਂ ਕਰਨਾ ਪਿਆ ਜਿੰਨਾ ਉਹਨੂੰ ਪੰਜਾਬ ਨੂੰ ਗੁਲਾਮ ਕਰਨ ਲੱਗਿਆਂ ਉਹਨੂੰ ਲੜਾਈਆਂ ਕਰਨੀਆਂ ਪਈਆਂ। ਉਹਨੂੰ ਬੜਾ ਆਪਣੀ ਉਹਦੀ ਫੌਜ ਮਾਰੀ ਗਈ, ਬੜਾ ਨੁਕਸਾਨ ਹੋਇਆ ਅੰਗਰੇਜ਼ ਦਾ ਵੀ। ਇਹ ਜਿਹੜੀ ਆਪਾਂ ਆਜ਼ਾਦੀ ਦੀ ਗੱਲ ਕਰਨੇ, ਇਦੋਂ ਪਹਿਲਾਂ ਸਾਨੂੰ ਪਿੱਛੇ ਵੇਖਣਾ ਪਏਗਾ ਕਿ ਇਹ ਆਜ਼ਾਦੀ ਤੋਂ ਪਹਿਲਾਂ ਕੀ ਸੀ ਹੋਇਆ ਸੀ ਇੱਥੇ ਪੰਜਾਬ ਦੇ ਉੱਤੇ ਜਾਂ ਹਿੰਦੁਸਤਾਨ ਦੇ ਉੱਤੇ। ਤੇ ਜਦੋਂ ਹਿੰਦੁਸਤਾਨ 100 ਸਾਲ ਪੰਜਾਬ ਤੋਂ ਪਹਿਲਾਂ ਹੀ ਗੁਲਾਮ ਹੋ ਜਾਂਦਾ ਹੈ, ਪੰਜਾਬ ਜਿਹੜਾ ਹੈ ਉਹ 1849 ਦੇ ਵਿੱਚ ਜਾ ਕੇ ਅੰਗਰੇਜ਼ ਜਿਹੜਾ ਹੈ ਪੰਜਾਬ ਤੇ ਪੂਰਾ ਕਬਜ਼ਾ ਕਰ ਲੈਂਦਾ ਹੈ। ਪਰ ਹਿੰਦੁਸਤਾਨ ਇਸ ਤੋਂ 100 ਸਾਲ ਪਹਿਲਾਂ ਹੀ ਉਹਨਾਂ ਨੇ ਕਬਜ਼ਾ ਕਰ ਲਿਆ ਸੀ।
ਇਸ ਕਰਕੇ ਉਹਨਾਂ ਨੇ ਹਿੰਦੁਸਤਾਨ ਦੇ ਉੱਤੇ 200 ਸਾਲ ਰਾਜ ਕੀਤਾ ਹੈ ਅੰਗਰੇਜ਼ ਨੇ। ਪੰਜਾਬ ਦੇ ਉੱਤੇ ਉਹਨੇ 100 ਸਾਲ 98 ਕੁ ਸਾਲ ਉਹਨਾਂ ਰਾਜ ਕੀਤਾ। 47 ਤੋਂ ਪਹਿਲਾਂ ਦੀਆਂ ਗੱਲਾਂ ਨੇ ਕਿ 1849 ਦੇ ਵਿੱਚ ਜਾ ਕੇ ਅੰਗਰੇਜ਼ ਜਿਹੜਾ ਹੈ ਉਹ ਪੂਰੇ ਤੌਰ ਤੇ ਮੁਕੰਮਲ ਤੌਰ ਤੇ ਪੰਜਾਬ ਦੇ ਉੱਤੇ ਆ ਕੇ ਉਹਦਾ ਪੂਰਾ ਕਬਜ਼ਾ ਹੋ ਜਾਂਦਾ ਹੈ। ਹੁਣ ਜਿਹੜਾ ਅੰਗਰੇਜ਼ ਹੈ ਉਹਨੇ ਕਿਸ ਤਰ੍ਹਾਂ ਪੰਜਾਬ ਨੂੰ ਗੁਲਾਮ ਕੀਤਾ? ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਪਾਂ ਗੱਲ ਕਰਦੇ ਹਾਂ ਜਾਂ ਪੜ੍ਹਦੇ ਹਾਂ ਤੇ ਉਹਨਾਂ ਦਾ 40 ਕੁ ਸਾਲ 45 ਸਾਲ ਜਿਹੜਾ ਰਾਜ ਬਣਦਾ ਹੈ। 1839 ਦੇ ਵਿੱਚ ਮਹਾਰਾਜਾ ਉਹਨਾਂ ਦੀ ਮੌਤ ਹੋ ਜਾਂਦੀ ਹੈ, ਸਰੀਰ ਛੱਡ ਜਾਂਦੇ ਨੇ। ਉਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਬਣਦਾ ਹੈ, ਮਹਾਰਾਜਾ ਨੌ ਨਿਹਾਲ ਸਿੰਘ ਬਣਦਾ ਹੈ, ਮਹਾਰਾਣੀ ਚੰਦ ਕੌਰ ਬਣਦੀ। ਉਸ ਤੋਂ ਬਾਅਦ ਮਹਾਰਾਣੀ ਜਿੰਦਾ, ਮਹਾਰਾਜਾ ਦਲੀਪ ਸਿੰਘ। ਖੈਰ ਇਹ 49 ਦੇ ਵਿੱਚ ਜਾ ਕੇ 1849 ਦੇ ਵਿੱਚ ਫਿਰ ਪੰਜਾਬ ਜਿਹੜਾ ਹੈ ਉਹ ਗੁਲਾਮ ਹੋ ਜਾਂਦਾ ਹੈ ਅੰਗਰੇਜ਼ ਦਾ। ਪਰ ਗੁਲਾਮ ਕਰਾਉਣ ਵਾਲੇ ਕੌਣ ਨੇ ਪੰਜਾਬ ਨੂੰ? ਉਹ ਸ਼ਖਸ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਡੋਗਰੇ ਕਹਿੰਦੇ ਆ। ਧਿਆਨ ਸਿੰਘ ਤਾਂ ਪਹਿਲੋਂ ਮਰ ਜਾਂਦਾ, ਉਹਦਾ ਪੁੱਤਰ ਵੀ ਹੀਰਾ ਸਿੰਘ ਮਰ ਜਾਂਦਾ ਹੈ, ਲਾਲ ਸਿੰਘ ਰਹਿ ਜਾਂਦਾ ਹੈ, ਤੇਜਾ ਸਿੰਘ ਰਹਿ ਜਾਂਦਾ, ਗੁਲਾਬ ਸਿੰਘ ਰਹਿ ਜਾਂਦਾ ਹੈ। ਇਹ ਜਿਹੜੇ ਸਨ ਇਹ ਹੈ ਸਿੱਖੀ ਸਰੂਪ ਵਿੱਚ ਸਨ, ਪਰ ਅੰਦਰੋਂ ਉਹ ਸਿੱਖੀ ਹੈ ਨਹੀਂ ਸੀ ਇਹਨਾਂ ਦੇ ਅੰਦਰ। ਕੇਵਲ ਵੇਖਣ ਨੂੰ ਸਿੱਖ ਲੱਗਦੇ ਸਨ ਪਰ ਹੈ ਨਹੀਂ ਸੀ ਉਹਨਾਂ ਦੇ ਅੰਦਰ ਸਿੱਖੀ। ਹੈ ਅੰਦਰੋਂ ਜਿਹੜੇ ਸਨ, ਕੁਝ ਵਿਦਵਾਨ ਕਹਿੰਦੇ ਨੇ ਇਹ ਯੂਪੀ ਦੇ ਬਈਏ ਸਨ, ਇਹਨਾਂ ਨੇ ਸਿੱਖੀ ਭੇਖ ਧਾਰਨ ਕੀਤਾ ਹੋਇਆ ਸੀ। ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਪਹਿਲੀ ਲੜਾਈ ਜਿਹੜੀ ਸਿੱਖ ਫੌਜ ਦੀ ਹੈ ਉਹ ਮੁਦਕੀ ਦੀ ਲੜਾਈ ਹੁੰਦੀ ਹੈ ਤੇ ਜਿਹਦੇ ਵਿੱਚ ਸਿੱਖਾਂ ਦੀ ਹਾਰ ਹੁੰਦੀ ਹੈ, ਕਿਉਂਕਿ ਜਿਹੜੇ ਲੜਾਉਣ ਵਾਲੇ ਆਗੂ ਸਨ, ਤੇਜਾ ਸਿੰਘ ਵਰਗੇ, ਲਾਲ ਸਿੰਘ ਵਰਗੇ, ਗੁਲਾਬ ਸਿੰਘ ਵਰਗੇ, ਉਹ ਆਪ ਬੇਈਮਾਨ ਸਨ। ਉਹ ਰਲੇ ਹੋਏ ਹਨ ਅੰਗਰੇਜ਼ਾਂ ਦੇ ਨਾਲ, ਜਿੱਥੋਂ ਗੁਲਾਮੀ ਦੀ ਗੱਲ ਸ਼ੁਰੂ ਹੁੰਦੀ ਹੈ ਪੰਜਾਬ ਦੀ। ਇਹਨਾਂ ਨੇ ਯਤਨ ਕੀਤਾ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਗੁਲਾਮ ਕਰਨ ਵਾਸਤੇ ਤੇ ਖੈਰ ਇਹ ਕਾਮਯਾਬ ਵੀ ਹੋਏ ਗੁਲਾਮ ਕਰਾਉਣ ਵਾਸਤੇ। ਕਈ ਲੜਾਈਆਂ ਜਿਹੜੀਆਂ ਨੇ ਅੰਗਰੇਜ਼ਾਂ ਦੀਆਂ ਸਿੱਖ ਫੌਜਾਂ ਦੇ ਨਾਲ ਹੋਈਆਂ ਤੇ ਬੜੀ ਉਹਨਾਂ ਨੂੰ ਨੁਕਸਾਨ ਵੀ ਇਸ ਦੇ ਵਿੱਚ ਲੜਾਈਆਂ ਦੇ ਵਿੱਚ ਹੁੰਦਾ ਰਿਹਾ ਅੰਗਰੇਜ਼ਾਂ ਦਾ। ਅਖੀਰਲੀ ਲੜਾਈ ਜਿਹੜੀ ਆਪਾਂ ਸਭਰਾਵਾਂ ਦੀ ਪੜ੍ਹਦੇ ਹਾਂ, ਜਿਹਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਆਖਰੀ ਲੜਾਈ ਹੈ ਸਿੱਖ ਰਾਜ ਦੀ, ਅਖੀਰਲੀ ਲੜਾਈ ਜਿਹੜੀ ਬਣਦੀ ਹੈ। ਇਸ ਤੋਂ ਪਹਿਲਾਂ ਵੀ ਲੜਾਈਆਂ ਬੜੀਆਂ ਹੋਈਆਂ ਪਰ ਉਹ ਲੜਾਈਆਂ ਦੇ ਵਿੱਚ ਸਿੱਖ ਤਾਂ ਨਹੀਂ ਕਾਮਯਾਬ ਹੋ ਸਕੇ ਕਿਉਂਕਿ ਜਿਹੜੇ ਆਗੂ ਸਨ, ਜਿਹੜੇ ਅੱਗੇ ਲੜਾਉਣ ਵਾਲੇ ਹਨ, ਉਹਨਾਂ ਨੇ ਬੇਈਮਾਨੀ ਕਰ ਲਈ। ਜਿੱਥੇ ਉਹਨਾਂ ਨੇ ਅਸਲਾ ਭੇਜਣਾ ਸੀ, ਬਰੂਦ ਭੇਜਣਾ ਸੀ, ਉੱਥੇ ਉਹਨਾਂ ਨੇ ਸਰੋਂ ਦੀਆਂ ਬੋਰੀਆਂ ਜਾਂ ਮਿੱਟੀ ਦੀਆਂ ਬੋਰੀਆਂ ਇਹੋ ਜਿਹਾ ਸਮਾਨ ਭੇਜ ਦਿੱਤਾ। ਕਿਉਂਕਿ ਬੇਈਮਾਨ ਜਿਹੜਾ ਬੰਦਾ ਹੋਵੇ ਉਹਦਾ ਸੋਚ ਇਹੀ ਹੁੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਹਾਰ ਹੋਵੇ, ਹਰ ਪੱਖੋਂ ਹੀ ਉਹਨੇ ਨੁਕਸਾਨ ਪਹੁੰਚਾਉਣਾ ਹੈ। ਜਦੋਂ 1849 ਦੇ ਵਿੱਚ ਪੰਜਾਬ ਜਿਹੜਾ ਹੈ ਅੰਗਰੇਜ਼ ਦਾ ਗੁਲਾਮ ਹੋ ਜਾਂਦਾ ਹੈ ਤੇ ਅਖੀਰਲੀ ਲੜਾਈ ਜਿਹੜੀ ਹੈ ਉਹ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਹੈ। ਸ਼ਾਮ ਸਿੰਘ ਅਟਾਰੀ ਦੀ ਲੜਾਈ ਜਦੋਂ ਹੁੰਦੀ ਏ, ਆ ਪਿਛਲੇ ਮਹੀਨੇ ਹੀ ਜਿਹੜਾ ਫਰਵਰੀ ਦਾ ਲੰਘ ਕੇ ਗਿਆ ਹੈ, ਉਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਸੀ ਸ਼ਾਮ ਸਿੰਘ ਅਟਾਰੀ ਦਾ। ਇਸ ਲੜਾਈ ਦੇ ਵਿੱਚ ਤੇਜਾ ਸਿੰਘ ਨੇ ਸ਼ਾਮ ਸਿੰਘ ਨੂੰ ਇਹ ਗੱਲ ਕਹੀ ਵੀ ਤੂੰ ਜੰਗ ਦੇ ਵਿੱਚੋਂ ਭੱਜਣਾ ਨਹੀਂ, ਮੈਦਾਨੇ ਜੰਗ ਦੇ ਵਿੱਚ ਲੜਨਾ ਹੈ। ਵੇਖੋ ਆਪ ਗਦਾਰੀ ਕਰਦਾ ਪਿਆ ਪਰ ਸ਼ਾਮ ਸਿੰਘ ਅਟਾਰੀ ਨੂੰ ਇਹ ਗੱਲ ਕਹਿ ਰਿਹਾ ਤੂੰ ਨਹੀਂ ਭੱਜਣਾ ਵਿੱਚੋਂ ਜੰਗ ਦੇ। ਉਹ ਕਹਿਣ ਲੱਗੇ ਨਹੀਂ ਭੱਜਦਾ, ਮੈਂ ਸਾਹਮਣੇ ਹੋ ਕੇ ਲੜਾਂਗਾ, ਜਿੰਨੀ ਦੇਰ ਤੱਕ ਮੇਰੇ ਸਰੀਰ ਵਿੱਚ ਸਵਾਸ ਨੇ ਮੈਂ ਲੜਾਂਗਾ, ਜਾਂ ਮਾਰ ਦਵਾਂਗਾ ਜਾਂ ਮਰ ਜਾਵਾਂਗਾ, ਅਖੀਰਲੀ ਲੜਾਈ ਹੈ ਮੇਰੀ। ਤੇ ਇੱਥੋਂ ਤੱਕ ਉਹਨੇ ਸਹੁੰ ਚੁਕਾਈ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਤੇਜਾ ਸਿੰਘ ਨੇ, ਡੋਗਰੇ ਨੇ, ਵੀ ਤੂੰ ਸਹੁੰ ਚੁੱਕ ਕੇ ਤੂੰ ਭੱਜੇਗਾ ਨਹੀਂ। ਉੱਥੇ ਸਹੁੰਆਂ ਵੀ ਚੁੱਕੀਆਂ ਗਈਆਂ ਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਹੋ ਕੇ ਸਰਦਾਰ ਸ਼ਾਮ ਸਿੰਘ ਨੇ। ਪਰ ਸਰਦਾਰ ਸ਼ਾਮ ਸਿੰਘ ਅੰਤਲੇ ਸਵਾਸ ਤੱਕ ਆਪਾਂ ਇਤਿਹਾਸ ਪੜ੍ਹਦੇ ਹਾਂ ਉਹ ਲੜਦੇ ਰਹੇ, ਅਖੀਰ ਤੱਕ ਸ਼ਹੀਦ ਹੋ ਗਏ। ਉਹਨਾਂ ਨੇ ਬੜੀ ਅੰਗਰੇਜ਼ਾਂ ਦਾ ਨੁਕਸਾਨ ਵੀ ਕੀਤਾ, ਬੜਾ ਉਹਨਾਂ ਦਾ ਫੌਜ ਮਾਰੀ ਗਈ, ਅਸਲਾ ਬਹੁਤ ਨੁਕਸਾਨ ਹੋਇਆ। ਹੁਣ ਅੰਗਰੇਜ਼ਾਂ ਵੱਲੋਂ ਕੌਣ ਲੜਦਾ ਪਿਆ ਸੀ? ਅੰਗਰੇਜ਼ਾਂ ਦੀ ਇਕੱਲੀ ਆਪਣੀ ਫੌਜ ਨਹੀਂ ਲੜਦੀ ਪਈ ਸਿੱਖ ਫੌਜ ਦੇ ਨਾਲ, ਅੰਗਰੇਜ਼ਾਂ ਦੇ ਨਾਲ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਜਾਂ ਹਿੰਦੁਸਤਾਨ ਦੀ ਜਿਹੜੀ ਫੌਜ ਆ ਉਹ ਵੀ ਸਿੱਖਾਂ ਨਾਲ ਲੜਦੀ ਪਈ ਹੈ।
ਉਹਨਾਂ ਦਾ ਵੀ ਇਹ ਭਾਵ ਹੈ ਕਿ ਪੰਜਾਬ ਨੂੰ ਗੁਲਾਮ ਕੀਤਾ ਜਾਵੇ। ਭਾਵ ਜਿਹੜੇ ਹਿੰਦੁਸਤਾਨ ਦੇ ਸਿਪਾਹੀ ਸਨ ਜਾਂ ਫੌਜੀ ਸਨ, ਅੰਗਰੇਜ਼ਾਂ ਦੇ ਅੱਗੇ ਨੌਕਰੀ ਕਰਦੇ ਸਨ, ਉਹ ਵੀ ਸਿੱਖਾਂ ਦੇ ਨਾਲ ਲੜਦੇ ਪਏ ਸਨ ਪੰਜਾਬ ਨੂੰ ਖਤਮ ਕਰਨ ਵਾਸਤੇ, ਗੁਲਾਮ ਕਰਨ ਵਾਸਤੇ। ਸਰਦਾਰ ਸ਼ਾਮ ਸਿੰਘ ਅਟਾਰੀ, ਇਹਨਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ, ਉਹਨਾਂ ਦੀ ਬੜੀ ਵੱਡੀ ਕੁਰਬਾਨੀ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ 1817 ਦੇ ਵਿੱਚ ਬਿਮਾਰ ਹੋ ਜਾਂਦੇ ਨੇ ਤੇ ਬੜੇ ਉਹਨਾਂ ਨੂੰ ਬਿਮਾਰੀ ਦੇ ਕਾਰਨ ਕਰਕੇ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ, ਤੇ ਇੱਥੋਂ ਤੱਕ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਿਤਾ ਸਰਦਾਰ ਨਿਹਾਲ ਸਿੰਘ ਨੇ ਜਾ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 3 ਪਰਿਕਰਮਾ ਕਰਕੇ ਅਰਦਾਸ ਕੀਤੀ ਸੀ ਕਿ ਹੇ ਸੱਚੇ ਪਾਤਸ਼ਾਹ, ਤੁਸੀਂ ਇਹਨਾਂ ਦੀ ਬਿਮਾਰੀ ਮੈਨੂੰ ਲੱਗ ਜਾਵੇ, ਇਹ ਤੰਦਰੁਸਤ ਹੋ ਜਾਣ ਸ਼ੇਰੇ ਪੰਜਾਬ, ਇਹ ਸਿੱਖ ਕੌਮ ਦੀ ਦੁਨੀਆ ਦੀ ਸੇਵਾ ਕਰਨੀ ਇਹਨਾਂ ਨੇ, ਤੇ ਇਹ ਬਿਮਾਰੀ ਮੈਨੂੰ ਲੱਗਦੇ। ਇਤਿਹਾਸ ਗਵਾਹ ਹੈ ਕਿ ਸਰਦਾਰ ਨਿਹਾਲ ਸਿੰਘ ਅਟਾਰੀ ਵਾਪਸ ਆ ਗਿਆ, ਉਹ ਬਿਮਾਰ ਹੋ ਗਿਆ ਤੇ ਸ਼ੇਰੇ ਪੰਜਾਬ ਤੰਦਰੁਸਤ ਹੋਣ ਲੱਗ ਪਿਆ। ਉਹਦੀ ਮੌਤ ਹੋ ਗਈ ਸਰਦਾਰ ਨਿਹਾਲ ਸਿੰਘ ਅਟਾਰੀ ਦੀ, ਆਪਣੇ ਸ਼ਾਮ ਸਿੰਘ ਅਟਾਰੀ ਦੇ ਪਿਤਾ ਦੀ, ਤੇ ਸ਼ੇਰੇ ਪੰਜਾਬ ਬਿਲਕੁਲ ਤੰਦਰੁਸਤ ਹੋ ਗਏ। ਇਤਿਹਾਸ ਵਿੱਚ ਗੱਲਾਂ ਲਿਖੀਆਂ ਨੇ ਵੀ ਉਦੋਂ ਉਹਨਾਂ ਨੇ ਅਰਦਾਸ ਕੀਤੀ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਬੇਟੀ ਜਿਹੜੀ ਹੈ ਉਹ ਸਰਦਾਰ ਮਹਾਰਾਜਾ ਨੌ ਨਿਹਾਲ ਸਿੰਘ ਦੇ ਨਾਲ ਵਿਆਹੀ ਹੋਈ ਸੀ, ਉਹਨਾਂ ਦਾ ਨਾਮ ਬੀਬੀ ਨਾਨਕੀ ਸੀ। ਜਦੋਂ ਅਖੀਰਲੀ ਲੜਾਈ ਹੋ ਗਈ ਹੈ ਜਿਹਦੇ ਵਿੱਚ ਸਿੱਖ ਫੌਜਾਂ ਗਦਾਰਾਂ ਕਰਕੇ ਹਾਰ ਗਈਆਂ ਸਾਰਾ ਕੁਝ ਸਭਰਾਵਾਂ ਦੀ, ਉਸ ਤੋਂ ਬਾਅਦ 1849 ਦੇ ਵਿੱਚ ਫਿਰ ਪੰਜਾਬ ਤੇ ਕਬਜ਼ਾ ਹੋ ਜਾਂਦਾ ਹੈ ਪੂਰਾ ਇਹਨਾਂ ਦਾ, ਗੋਰਿਆਂ ਦਾ, ਅੰਗਰੇਜ਼ਾਂ ਦਾ। ਇਸ ਤੋਂ ਬਾਅਦ ਫਿਰ ਕਈ ਲੜਾਈਆਂ ਹੁੰਦੀਆਂ ਰਹੀਆਂ ਨੇ। 1849 ਤੋਂ ਲੈ ਕੇ 1947 ਤੱਕ ਕਈ ਵਾਰੀ ਇਹ 99 ਕੁ 98 ਕੁ ਸਾਲ ਦਾ ਸਮਾਂ ਬਣਦਾ ਹੈ। ਪੰਜਾਬ ਜਿਹੜਾ ਗੁਲਾਮ ਰਿਹਾ ਉਸ ਵੇਲੇ ਅੰਗਰੇਜ਼ ਦਾ, ਉਹਦੇ ਵਿੱਚ ਕਈ ਵਾਰੀ ਸਿੱਖਾਂ ਦੀ ਲੜਾਈ ਹੋਈ ਹੈ ਅੰਗਰੇਜ਼ਾਂ ਦੇ ਨਾਲ। ਵੱਡੀਆਂ ਲੜਾਈਆਂ ਤੇ ਪਹਿਲਾਂ ਹੋਈਆਂ ਹੀ ਹੋਈਆਂ ਸਨ, ਛੋਟੀਆਂ ਲੜਾਈਆਂ ਵੀ ਹੁੰਦੀਆਂ ਰਹੀਆਂ ਵੀ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਹੈ। ਤੇ ਅੰਗਰੇਜ਼ਾਂ ਨੇ ਬੜਾ ਯਤਨ ਕਰਕੇ ਜਿੱਥੇ ਗੁਰਧਾਮਾਂ ਦੇ ਉੱਤੇ ਇਹਨਾਂ ਨੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ, ਜਿੰਨੇ ਵੀ ਉਸ ਵੇਲੇ ਮਹੰਤ ਸਨ ਉਹਨਾਂ ਨੂੰ ਕਹਿ ਦਿੱਤਾ ਸਾਰਾ ਤੁਸੀਂ ਸਾਂਭ ਲਓ, ਸਾਰਾ ਕੁਝ ਤੁਹਾਡੇ ਕੋਲ ਹੈ, ਤੁਸੀਂ ਜੋ ਮਰਜ਼ੀ ਜ਼ਮੀਨਾਂ ਜਾਇਦਾਦਾਂ ਵਰਤੋ, ਜਿਸ ਜੋ ਮਰਜ਼ੀ ਕਰੀ ਜੋ, ਤੁਹਾਨੂੰ ਕੋਈ ਪਰਵਾਹ ਨਹੀਂ। ਉਹਨਾਂ ਨੇ ਬੜੀਆਂ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਸਨ। ਹੁਣ ਜਦੋਂ ਅੰਗਰੇਜ਼ ਨੇ ਵੇਖਿਆ ਵੀ ਪੰਜਾਬ ਨੂੰ ਗੁਲਾਮ ਬਣਾਉਣਾ ਮੇਰੇ ਵਾਸਤੇ ਔਖਾ ਹੈ ਕਿ ਹਿੰਦੁਸਤਾਨ ਤੋਂ ਮੈਂ ਗੁਲਾਮ ਬਣਾ ਬੈਠਾ, ਉਹਦੇ ਵਿੱਚ ਤੇ ਮੇਰਾ ਇੰਨਾ ਵਿਰੋਧ ਹੋਇਆ ਨਹੀਂ, ਇੰਨੀ ਨੁਕਸਾਨ ਮੇਰਾ ਹੋਇਆ ਨਹੀਂ, ਪਰ ਜਿੰਨਾ ਮੇਰਾ ਪੰਜਾਬ ਵਿੱਚ ਹੋਇਆ ਹੈ। ਇਹਨੇ ਬੜਾ ਯਤਨ ਕੀਤਾ, ਜਿੱਥੇ ਗੁਰਦੁਆਰਿਆਂ ਦੇ ਵਿੱਚ ਵੀ ਇਹਨੇ ਕਾਬਜ਼ ਕਰਾਉਣ ਵਾਸਤੇ ਯਤਨ ਕੀਤਾ। ਅੰਗਰੇਜ਼ ਨੇ ਹੋਰ ਵੀ ਯਤਨ ਕੀਤੇ। ਅਖੀਰ ਤੇ ਫਿਰ ਜਦੋਂ ਆਪਾਂ ਪੜ੍ਹਦੇ ਹਾਂ ਕਿ ਜਦੋਂ ਦਿੱਲੀ ਦੀ ਧਰਤੀ ਦੇ ਉੱਤੇ ਵਾਇਸਰਾਏ ਨੇ ਇੱਕ ਕੋਠੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਵੇਲੇ ਉਹਨੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹ ਦਿੱਤੀ ਸੀ। ਇਹ 1914 ਕੁ ਦੀ ਗੱਲ ਹੈ, 11 ਕੁ ਦੀ ਗੱਲ ਹੈ। 14 ਦੇ ਵਿੱਚ ਵਿਸ਼ਵ ਦਾ ਪਹਿਲਾ ਯੁੱਧ ਲੱਗ ਜਾਂਦਾ ਹੈ। ਇਹਨੇ ਜਦੋਂ ਕੰਧ ਢਾਹ ਦਿੱਤੀ ਉਦੋਂ ਸਿੱਖਾਂ ਦਾ ਰੋਸ ਬੜਾ ਜਾਗਿਆ ਵੀ ਇਹਨੇ ਕੰਧ ਢਾਹ ਦਿੱਤੀ ਹੈ ਵਾਇਸਰਾਏ ਨੇ ਆਪਣੀ ਕੋਠੀ ਬਣਾਉਣ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ। ਉਹ ਅਖੀਰ ਤੇ ਫਿਰ ਉਹਨਾਂ ਨੂੰ ਕੰਧ ਬਣਾਉਣੀ ਪਈ, ਸਿੱਖਾਂ ਦਾ ਇੰਨਾ ਰੋਸ ਸੀ। ਅਖੀਰ ਤੇ ਫਿਰ ਆਪਾਂ ਵੇਖਨੇ ਆ 1919 ਨੂੰ ਜਲਿਆਂਵਾਲੇ ਬਾਗ ਦਾ ਸਾਕਾ ਹੋ ਜਾਂਦਾ ਹੈ। ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਏ, ਜਿਸ ਲਹਿਰ ਦੇ ਵਿੱਚ ਸਿੱਖਾਂ ਨੇ ਆਪਣੇ ਫਿਰ ਗੁਰਦੁਆਰੇ ਆਜ਼ਾਦ ਕਰਨੇ ਸ਼ੁਰੂ ਕਰ ਦਿੰਦੇ ਨੇ। ਜਿਵੇਂ ਨਨਕਾਣਾ ਸਾਹਿਬ ਦਾ ਸਾਕਾ 1921 ਦੇ ਵਿੱਚ ਹੋਇਆ ਸੀ। ਆ ਪਿਛਲੇ ਮਹੀਨੇ ਫਰਵਰੀ ਜਿਹੜੀ ਲੰਘ ਕੇ ਗਈ ਹੈ, ਉਦੋਂ ਸਾਕੇ ਦਾ ਜਿਹੜਾ ਸੀ ਉਹ ਸਾਲਗਿਰਾ ਮਨਾਈ ਜਾਂਦੀ ਹੈ। ਤੇ ਜਿਹੜਾ ਪਿਛਲਾ ਸਾਲ 21 ਦਾ ਲੰਘ ਕੇ ਗਿਆ ਨਾ ਸਾਡਾ, ਇਹ ਸਾਲ 21 ਦੇ ਵਿੱਚ 1921 ਦੇ ਵਿੱਚ ਇਹ ਸਾਕਾ ਹੋਇਆ ਨਨਕਾਣਾ ਸਾਹਿਬ ਦਾ, ਤੇ 2021 ਦੇ ਵਿੱਚ ਸ਼ਤਾਬਦੀ ਸੀ, ਮਤਲਬ 100 ਸਾਲ ਹੋ ਚੁੱਕਾ ਸੀ। ਹੁਣ 100 ਸਾਲਾ ਮਨਾਉਣ ਵਾਸਤੇ ਸ਼੍ਰੋਮਣੀ ਕਮੇਟੀ ਹੋਰ ਸਿੱਖ ਸੰਗਤਾਂ ਨਨਕਾਣਾ ਸਾਹਿਬ ਜਾਣਾ ਚਾਹੁੰਦੀਆਂ ਸਨ ਵੀ ਅਸੀਂ 100 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਨਨਕਾਣਾ ਸਾਹਿਬ ਦਾ, ਉਹ ਅਸੀਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਮਨਾਵਾਂਗੇ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ। ਹੁਣ ਸਾਰੀ ਤਿਆਰੀ ਹੋ ਗਈ, ਪਿਛਲੇ ਸਾਲ ਦੀ ਗੱਲ ਏ। ਵਿਜੇ ਵੀ ਲੱਗ ਗਏ, 500-600 ਜਥੇ ਦੇ ਵਿਜੇ ਲੱਗ ਗਏ। ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ਵੀ ਤਿਆਰ ਹੋ ਗਈਆਂ, ਸਾਰੇ ਜਿੰਨਾ ਜਾਣਾ ਸੀ ਜਥੇਦਾਰ ਸਾਹਿਬ ਹੋਰ ਵੀ ਰਾਗੀ ਢਾਡੀ ਸਾਰੇ ਤਿਆਰ ਹੋ ਗਏ, ਸੰਗਤਾਂ ਵੀ ਆ ਕੇ ਬਹਿ ਗਈਆਂ, ਸਵੇਰੇ ਜਾਣਾ ਹੈ।
ਉਦੋਂ ਕੀ ਹੁੰਦਾ, ਰਾਤ ਨੂੰ ਫੋਨ ਦਿੱਲੀ ਤੋਂ ਆ ਜਾਂਦਾ ਵੀ ਤੁਸੀਂ ਜਾ ਨਹੀਂ ਸਕਦੇ ਨਨਕਾਣਾ ਸਾਹਿਬ, ਉਹ ਜਾ ਨਹੀਂ ਸਕਦੇ, ਤੁਸੀਂ ਸਵੇਰੇ ਜਾਣਾ ਏ, ਤਿਆਰੀ ਸਾਰੀ ਏ, ਪਰ ਜਾਣ ਨਹੀਂ ਦਿੱਤਾ ਵੀ ਤੁਸੀਂ 100 ਸਾਲਾ ਜਿਹੜਾ ਹੈ ਨਨਕਾਣਾ ਸਾਹਿਬ ਦਾ ਸਾਕਾ ਏ ਉਹ ਤੁਸੀਂ ਨਹੀਂ ਮਨਾ ਸਕਦੇ, ਉਹ ਤਿਆਰੀ ਵਿੱਚ ਹੀ ਰਹਿ ਗਈ। ਖੈਰ ਇੱਥੇ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ। ਜਦੋਂ 1921 ਦੇ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਹੋ ਜਾਂਦਾ ਹੈ, ਜਲਿਆਂਵਾਲੇ ਬਾਗ ਦਾ ਸਾਕਾ ਹੋ ਜਾਂਦਾ ਹੈ, ਤਰਨਤਾਰਨ ਸਾਹਿਬ ਦਾ ਸਾਕਾ ਹੁੰਦਾ ਹੈ, ਹੋਰ ਗੁਰਦੁਆਰਾ ਸੁਧਾਰ ਲਹਿਰ ਚੱਲਦੀ, ਜਦੋਂ ਗੁਰਦੁਆਰੇ ਸਿੱਖ ਜਿਹੜੇ ਨੇ ਇਹਨਾਂ ਦੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਹੁੰਦੇ ਨੇ, 1921 ਦੇ ਵਿੱਚ ਹੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਹੋਂਦ ਵਿੱਚ ਆਉਂਦੀ ਹੈ। ਦਰਬਾਰ ਸਾਹਿਬ ਦੇ ਉੱਤੇ ਹੋਰ ਗੁਰੂ ਘਰ ਜਿਹੜੇ ਇਤਿਹਾਸਕ ਗੁਰੂ ਅਸਥਾਨ ਨੇ ਉਹਨਾਂ ਦੇ ਉੱਤੇ ਕਬਜ਼ਾ ਹੋ ਜਾਂਦਾ ਹੈ। ਹੁਣ ਇੱਧਰ ਜਦੋਂ ਕਬਜ਼ਾ ਹੋ ਜਾਂਦਾ ਹੈ, ਇੱਧਰ ਨਹਿਰੂ ਬੈਠਾ ਹੈ, ਗਾਂਧੀ ਵੀ ਬੈਠਾ ਹੈ, ਪਟੇਲ ਵੀ ਬੈਠਾ ਹੈ, ਹੋਰ ਆਗੂ ਬੈਠੇ ਨੇ ਕਾਂਗਰਸ ਦੇ। ਉਹਨਾਂ ਨੇ ਸੋਚਿਆ ਵੀ ਆਹ ਸਿੱਖਾਂ ਨੇ ਤੇ ਬੜਾ ਵਧੀਆ ਕੰਮ ਕੀਤਾ ਏ ਕਿ ਜਿਹੜੇ ਇੰਨੇ ਸਾਲਾਂ ਤੋਂ ਗੁਰਦੁਆਰੇ ਇਹਨਾਂ ਦੇ ਮਹੰਤਾਂ ਦੇ ਕਬਜ਼ੇ ਵਿੱਚ ਸਨ, ਜਿਨ੍ਹਾਂ ਨੂੰ ਅੰਗਰੇਜ਼ ਨੇ ਧੱਕੇ ਨਾਲ ਕਬਜ਼ਾ ਕਰਾਇਆ ਸੀ, ਇਹਨਾਂ ਨੇ ਕਬਜ਼ਾ ਛਡਾ ਲਿਆ ਹੈ। ਸ਼ਹੀਦੀਆਂ ਵੀ ਬੜੀਆਂ ਹੋਈਆਂ ਨੇ, ਨੁਕਸਾਨ ਵੀ ਬੜਾ ਹੋਇਆ ਹੈ, ਬੜੇ ਬਹਾਦਰ ਕੌਮ ਏ। ਤੇ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਇਹ ਹੁਣ ਅੱਗਾ ਆਪਾਂ ਆਜ਼ਾਦੀ ਵਾਲੇ ਪਾਸੇ ਵੀ ਤੁਰ ਲਈਏ। ਹੁਣ ਆਜ਼ਾਦੀ ਦਾ ਰਾਹ ਵੀ ਪੱਧਰਾ ਹੋ ਗਿਆ ਏ ਕਿ ਅੰਗਰੇਜ਼ ਨੇ ਇਹ ਗੁਰਦੁਆਰਿਆਂ ਉੱਤੇ ਆਪਣਾ ਕਬਜ਼ਾ ਛੱਡ ਦਿੱਤਾ, ਸ਼੍ਰੋਮਣੀ ਕਮੇਟੀ ਵੀ ਹੋਂਦ ਵਿੱਚ ਆ ਗਈ ਏ, ਤੇ ਕਿਉਂ ਨਾ ਆਪਾਂ ਇਹਨਾਂ ਨੂੰ ਨਾਲ ਲੈ ਕੇ ਤੇ ਆਜ਼ਾਦੀ ਵਾਲੇ ਪਾਸੇ ਵੀ ਤੁਰੀਏ। ਇੱਥੋਂ ਫਿਰ ਆਜ਼ਾਦੀ ਦਾ ਮੁੱਢ ਜਿਹੜਾ ਹੌਲੀ ਹੌਲੀ ਵੱਧਦਾ ਵੀ ਹਿੰਦੁਸਤਾਨ ਆਜ਼ਾਦ ਵੀ ਹੋਵੇ। ਜਦੋਂ ਫਿਰ ਆਜ਼ਾਦੀ ਵਾਲੇ ਪਾਸੇ ਤੁਰਨਾ, ਹੁਣ ਆਜ਼ਾਦੀ ਚਰਖੇ ਨਾਲ ਤੇ ਮਿਲਦੀ ਨਹੀਂ, ਨਾ ਕੋਈ ਆਪਣੇ ਆਪ ਦਿੰਦਾ ਹੈ। ਆਜ਼ਾਦੀ ਵਾਸਤੇ ਫਿਰ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਤੇ ਗਾਂਧੀ ਵਰਗਾ ਇਹ ਕਹਿੰਦਾ ਰਿਹਾ ਹੈ ਵੀ ਸਿੱਖਾਂ ਨੇ ਬੜੀ ਬਹਾਦਰ ਕੌਮ ਏ ਕਿ ਇਹਨਾਂ ਨੇ ਅੱਧੀ ਆਜ਼ਾਦੀ ਲੈ ਲਈ, ਗੁਰਦੁਆਰੇ ਆਜ਼ਾਦ ਕਰਕੇ, ਅੱਧੀ ਰਹਿ ਗਈ ਦੇਸ਼ ਦੀ, ਉਹ ਵੀ ਲੈ ਲੈਣੀ ਅਸੀਂ। ਤੇ ਉਹ ਸਾਰਾ ਕੁਝ ਹੋਇਆ। ਫਿਰ ਸਰਦਾਰ ਭਗਤ ਸਿੰਘ ਵਰਗੇ, ਸਰਦਾਰ ਕਰਤਾਰ ਸਿੰਘ ਸਰਾਭੇ ਵਰਗੇ ਇਹਨਾਂ ਦੇਸ਼ਾਂ ਵਿੱਚੋਂ ਗਏ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ। ਸਰਦਾਰ ਭਗਤ ਸਿੰਘ ਦਾ ਜਦੋਂ ਆਪਾਂ ਜੀਵਨ ਪੜ੍ਹਨੇ ਆ, ਉਹਨਾਂ ਨੇ ਜਿਸ ਅੰਗਰੇਜ਼ ਨੂੰ ਮਾਰਨਾ ਸੀ, ਸਾਂਡਰਸ ਨੂੰ, ਉਹ ਤਾਂ ਮਰਿਆ ਨਾ, ਭੁਲੇਖੇ ਨਾਲ ਹੋਰ ਬੰਦਾ ਮਾਰਿਆ ਗਿਆ। ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਸੈਂਟਰ ਜੇਲ੍ਹ ਜਿਹੜੀ ਆਪਣੇ ਲਾਹੌਰ ਦੇ ਵਿੱਚ ਹੈ, ਉੱਥੇ ਫਿਰ ਉਹਨਾਂ ਦੀ ਮੁਲਾਕਾਤ ਭਾਈ ਰਣਧੀਰ ਸਿੰਘ ਨਾਲ ਹੁੰਦੀ ਹੈ, ਜਿਹੜੇ ਖੰਡ ਕੀਰਤਨੀਆਂ ਦੇ ਜਥੇਦਾਰ ਨੇ। ਉਹਨਾਂ ਨਾਲ ਉਹਨਾਂ ਦੀ ਗੱਲਬਾਤ ਹੋਈ ਤੇ ਸਰਦਾਰ ਕਪੂਰ ਸਿੰਘ ਕਹਿੰਦਾ ਉੱਥੇ ਫਿਰ ਉਹਨੇ ਬੜੀ ਗੁਰਬਾਣੀ ਬਾਰੇ, ਇਤਿਹਾਸ ਬਾਰੇ ਗੱਲਬਾਤ ਚੰਗੀ ਡੂੰਘੀ ਉਹਨਾਂ ਦੀ ਹੁੰਦੀ ਰਹੀ, ਕਿਉਂਕਿ ਭਾਈ ਰਣਧੀਰ ਸਿੰਘ ਬਾਣੀ ਨਾਲ ਜੁੜੇ ਹੋਏ ਸਨ, ਇਤਿਹਾਸ ਬਾਰੇ ਉਹਨਾਂ ਦਾ ਪਤਾ ਸੀ ਸਿੱਖ ਦਾ। ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨੇ ਮਨ ਵਿੱਚ ਇੱਛਾ ਪ੍ਰਗਟ ਕੀਤੀ ਵੀ ਮੈਂ ਵੀ ਅੰਮ੍ਰਿਤ ਛਕਣਾ ਚਾਹੁੰਦਾ ਵਾਂ, ਭਗਤ ਸਿੰਘ ਨੇ। ਪਰ ਅੰਗਰੇਜ਼ ਨੇ ਇਹ ਗੱਲ ਨਹੀਂ ਮਨਜ਼ੂਰ ਕੀਤੀ ਵੀ ਤੂੰ ਅੰਮ੍ਰਿਤ ਨਹੀਂ ਛਕ ਸਕਦਾ। ਹਾਲਾਂਕਿ ਆਖਰੀ ਖਵਾਇਸ਼ ਪੂਰੀ ਕਰਨੀ ਚਾਹੀਦੀ, ਪਰ ਉਹਨਾਂ ਨਾ ਕਰ ਦਿੱਤੀ ਵੀ ਨਹੀਂ ਕਰ ਸਕਦਾ। 1931 ਨੂੰ ਫਿਰ ਜਿਹੜਾ ਆ ਦਿਹਾੜਾ ਲੰਘ ਕੇ ਗਿਆ, 23 ਮਾਰਚ, ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਸ਼ਹੀਦੀ ਦਿਹਾੜਾ ਜਿੱਥੇ ਸਾਰੇ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਮਨਾਇਆ ਜਾਂਦਾ ਹੈ। ਹਾਲਾਂਕਿ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਜੇ ਗਾਂਧੀ ਚਾਹੁੰਦਾ ਤੇ ਉਹਦੀ ਰੋਕ ਸਕਦੀ ਸੀ ਫਾਂਸੀ, ਪਰ ਉਹਨਾਂ ਨੇ ਇਹ ਗੱਲ ਨਹੀਂ ਕੀਤੀ। ਹਾਲਾਂਕਿ ਰੋਕ ਸਕਦੇ ਸੀ ਫਾਂਸੀ, ਕਿਉਂਕਿ ਲੀਡਰਾਂ ਦੀ ਜਾਣ ਪਛਾਣ ਸੀ ਅੰਗਰੇਜ਼ਾਂ ਦੇ ਨਾਲ, ਲੀਡਰਾਂ ਦੇ ਨਾਲ, ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ। ਅੱਜ ਵੀ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ, ਇਤਿਹਾਸ ਦੇ ਵਿੱਚ ਸਰਦਾਰ ਭਗਤ ਸਿੰਘ ਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਸ਼ਹੀਦ ਨਹੀਂ ਕਿਹਾ ਜਾਂਦਾ, ਉਹਨੂੰ ਅੱਤਵਾਦੀ ਕਿਹਾ ਜਾਂਦਾ ਹੈ। ਅਜੇ ਵੀ ਲਿਖਿਆ ਕਿਤਾਬਾਂ ਦੇ ਵਿੱਚ। ਉਹਨੂੰ ਸ਼ਹੀਦੀ ਦਾ ਖਿਤਾਬ ਪੰਜਾਬ ਵਿੱਚ ਹੀ ਸ਼ਾਇਦ ਮਿਲਿਆ, ਹੋਰ ਤਾਂ ਨਹੀਂ ਮਿਲਿਆ ਇਕੱਲੇ। ਹਾਲਾਂਕਿ ਇੰਨੀ ਉਹਨਾਂ ਨੇ ਸ਼ਹੀਦੀ ਕੋਈ ਆਪਣੇ ਪਰਿਵਾਰ ਵਾਸਤੇ ਥੋੜਾ ਦਿੱਤੀ ਜਾਂ ਕੋਈ ਆਪਣੇ ਕੋਈ ਨਿੱਜੀ ਕੰਮਾਂ ਵਾਸਤੇ, ਉਹਨਾਂ ਨੇ ਦੇਸ਼ ਵਾਸਤੇ ਸ਼ਹੀਦੀ ਦਿੱਤੀ ਹੈ। ਉਹਨਾਂ ਦੀ ਕੁਰਬਾਨੀ ਏਡੀ ਵੱਡੀ ਹੈ, ਪਰ ਉਹਨਾਂ ਦੀ ਫੋਟੋ ਤਾਂ ਪਾਰਲੀਮੈਂਟ ਵਿੱਚ ਲੱਗਣੀ ਚਾਹੀਦੀ ਸੀ ਕਿ ਇਹਨਾਂ ਦੀ ਵੱਡੀ ਉਹਨਾਂ ਦੀ ਸ਼ਹੀਦੀ ਹੈ, ਪਰ ਨਹੀਂ ਇਹ ਕੁਝ ਹੋਇਆ। ਇਹ ਜਦੋਂ ਸਾਰਾ ਕੁਝ ਹੋ ਜਾਂਦਾ ਹੈ, ਆ 47 ਦਾ ਆਉਂਦਾ ਹੈ ਦਿਹਾੜਾ, ਫਿਰ ਤੁਸੀਂ ਵੇਖਦੇ ਹੋ ਜਿਹੜੇ ਸਾਡੇ ਸਿੱਖ ਲੀਡਰ ਸਨ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਹੋਰ ਜਿੰਨੇ ਵੀ ਸਨ, ਇਹਨਾਂ ਸਾਰਿਆਂ ਨਾਲ ਇੱਕ ਵਾਅਦਾ ਕੀਤਾ ਜਾਂਦਾ ਹੈ। ਉਸ ਵੇਲੇ ਜਿਹੜੇ ਲੀਡਰ ਸਨ, ਗਾਂਧੀ, ਪਟੇਲ, ਨਹਿਰੂ ਵਰਗੇ, ਇਹਨਾਂ ਨੇ ਕਿਹਾ ਸੀ ਤੁਹਾਨੂੰ ਇੱਕ ਪੰਜਾਬ ਦਾ ਉਹ ਖਿੱਤਾ ਦਿੱਤਾ ਜਾਵੇਗਾ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ।
ਕੋਈ ਤੁਹਾਨੂੰ ਆਜ਼ਾਦੀ ਨਾਲ ਜੇ ਆਪਣੇ ਧਰਮ ਦੀ ਪਾਲਣਾ ਕਰੋਗੇ, ਜੋ ਮਰਜ਼ੀ ਕਰੀ ਚੱਲੋਗੇ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ, ਤੁਸੀਂ ਆਪਣੇ ਕਾਨੂੰਨ ਆਪ ਬਣਾਓਗੇ, ਸਭ ਕੁਝ ਕਰੋਗੇ। ਪਰ ਹੋਇਆ ਇਹਦੇ ਉਲਟ ਬਾਇਆ ਸਾਰਾ ਕੁਝ। ਇਹਦੇ ਉਲਟ ਹੋਇਆ, ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸਨ ਉਹ ਸਾਰੇ 47 ਤੋਂ ਬਾਅਦ ਮੁੱਕਰ ਗਏ ਸ਼ਰੇਆਮ। ਹਾਲਾਂਕਿ 47 ਤੋਂ ਬਾਅਦ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ, ਪੰਜਾਬ ਦੀ ਤੇ ਵੰਡ ਹੋਈ ਹੈ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਦੋ ਪੰਜਾਬ ਬਣ ਗਏ। ਕਿੰਨਾ ਨੁਕਸਾਨ ਇਸ 47 ਦੇ ਵਿੱਚ ਪੰਜਾਬ ਦਾ ਹੋਇਆ ਹੈ, ਲੱਖਾਂ ਦੇ ਹਿਸਾਬ ਨਾਲ ਲੋਕ ਮਾਰੇ ਗਏ, ਬਹੁ ਗਿਣਤੀ ਪੰਜਾਬੀਆਂ ਦੀ ਸੀ, ਮੁਸਲਮਾਨਾਂ ਦੀ ਸੀ। ਇੰਨੀਆਂ ਤਗੜੀਆਂ ਤਗੜੀਆਂ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਸਭ ਕੁਝ ਘਰ-ਬਾਰ ਛੱਡ ਕੇ ਖਾਲੀ ਹੱਥ ਸਾਡੇ ਪੰਜਾਬ ਦੇ ਲੋਕ ਇੱਧਰ ਨੂੰ ਆ ਗਏ। ਇੰਨੇ ਸਾਡੇ ਗੁਰਧਾਮ ਉੱਥੇ ਜਾਣ ਤੋਂ ਪਿਆਰੇ ਰਹਿ ਗਏ, ਜਿਨ੍ਹਾਂ ਨੂੰ ਅਸੀਂ ਰੋਜ਼ ਅਰਦਾਸ ਵਿੱਚ ਚੇਤੇ ਕਰਦੇ ਹਾਂ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਪਹਿਰਾ ਵੀ ਉਦੋਂ ਹੀ 47 ਵਿੱਚ ਜੁੜਿਆ ਨਾ, ਵੀ ਸਾਡੇ ਕੋਲ ਉਹ ਗੁਰਧਾਮ ਖੁੱਸ ਗਏ ਨੇ, ਅਸੀਂ ਉਹਦੀ ਸੇਵਾ ਸੰਭਾਲ ਨਹੀਂ ਕਰ ਸਕਦੇ, ਹੁਣ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ। ਜਦੋਂ ਫਿਰ ਇਹ ਸਾਰਾ ਕੁਝ ਹੋ ਗਿਆ 47 ਦਾ ਸਾਕਾ, ਉਹਨਾਂ ਨੇ ਫਿਰ ਕੀ ਕੀਤਾ, ਸਾਨੂੰ ਕੀ ਦਿੱਤਾ, ਪੰਜਾਬ ਨੂੰ ਕੀ ਦਿੱਤਾ? ਇੱਕ ਚੀਜ਼ ਦਿੱਤੀ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਆਹ ਕੁਝ ਦਿੱਤਾ ਸਾਨੂੰ। ਆਜ਼ਾਦੀ ਦਾ ਮੁੱਲ ਜਿਹੜਾ ਸੀ, ਸਰਦਾਰ ਭਗਤ ਸਿੰਘ ਦੀ ਆਜ਼ਾਦੀ, ਸਰਦਾਰ ਕਰਤਾਰ ਸਿੰਘ ਸਰਾਭਾ ਗਦਰੀ ਬਾਬੇ ਦੀਆਂ ਆਜ਼ਾਦੀਆਂ, ਕੋਈ ਥੋੜੀਆਂ ਸ਼ਹੀਦੀਆਂ ਹੋਈਆਂ ਨੇ। ਉਹਨਾਂ ਨੇ ਸਾਨੂੰ ਆਹ ਇਨਾਮ ਦਿੱਤਾ ਵੀ ਤਾਹੀ ਇੱਕ ਜਰਾਇਮ ਪੇਸ਼ਾ ਉਹਨੂੰ ਕਹਿੰਦੇ ਨੇ, ਜਿਹੜੇ ਲੁਟੇਰੇ ਹੋਣ, ਡਾਕੂ ਹੋਣ, ਗਲਤ ਕੰਮ ਕਰਨ ਵਾਲੇ, ਮਾੜੇ ਕੰਮ ਕਰਨ ਵਾਲੇ, ਇਹਨਾਂ ਦਾ ਧਿਆਨ ਰੱਖਿਆ ਜਾਵੇ। ਆਹ ਸਾਨੂੰ ਆਜ਼ਾਦੀ ਦਾ ਜਿਹੜਾ ਨਿੱਘ ਕਹਿੰਦੇ ਸਨ ਮਿਲੇਗਾ, ਉਹ ਸਾਨੂੰ ਮਿਲਿਆ। ਇਤਿਹਾਸ ਹੈ ਸਾਡਾ, ਪੜ੍ਹਨ ਵਾਲਾ ਹੈ ਕਿ ਸਾਡੇ ਨਾਲ ਜੋ ਕੁਝ ਵਾਅਦੇ ਕੀਤੇ ਸਨ, ਜੋ ਕੁਝ ਹੋਇਆ, ਉਹਦਾ ਫਲ ਸਾਨੂੰ ਆਹ ਮਿਲਿਆ ਸੀ। ਇਹ ਸਾਡੀਆਂ ਕੁਰਬਾਨੀਆਂ ਦਾ ਮੁੱਲ ਪਿਆ ਸੀ। ਇਹ ਸਾਨੂੰ ਚੇਤੇ ਰੱਖਣ ਵਾਲੀਆਂ ਗੱਲਾਂ ਨੇ ਵੀ ਸਾਡੇ ਨਾਲ ਆਹ ਕੁਝ ਉਸ ਵੇਲੇ ਹੋਇਆ। ਸਰਦਾਰ ਭਗਤ ਸਿੰਘ ਦਾ ਜੇ ਆਪਾਂ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ, ਉਹਦੇ ਨਾਲ ਸਾਨੂੰ ਇਹ ਵੀ ਗੱਲਾਂ ਚੇਤੇ ਰੱਖਣ ਵਾਲੀਆਂ ਨੇ। ਤੇ ਉਦੋਂ ਬਾਅਦ ਫਿਰ ਤੁਸੀਂ ਵੇਖਦੇ ਹੋ ਬੋਲੀਆਂ ਦੇ ਉਧਾਰ ਤੇ ਸੂਬੇ ਬਣੀ ਜਾਂਦੇ ਨੇ। ਜਦੋਂ ਪੰਜਾਬ ਦੀ ਵਾਰੀ ਆਉਂਦੀ ਕਹਿੰਦੇ ਬਣ ਨਹੀਂ ਸਕਦਾ ਇਹ ਸੂਬਾ। ਉਹ ਕਿੰਨੀਆਂ ਫਿਰ ਗ੍ਰਿਫਤਾਰੀਆਂ ਦੇਣੀਆਂ ਪਈਆਂ, ਧਰਨੇ ਲੱਗੇ, ਕਿੰਨੀਆਂ ਜੇਲਾਂ ਭਰਨੀਆਂ ਪਈਆਂ, ਕਿੰਨਾ ਨੁਕਸਾਨ ਪੰਜਾਬ ਦਾ ਹੋਇਆ। ਤੇ 1966 ਵਿੱਚ ਫਿਰ ਤੁਸੀਂ ਵੇਖਦੇ ਹੋ ਕਿੰਨਾ ਕੁ ਸੂਬਾ ਮਿਲਿਆ, ਜਿਹਦੇ ਵਿੱਚ ਹਰਿਆਣਾ ਵੀ ਕੱਢ ਦਿੱਤਾ, ਹਿਮਾਚਲ ਵੀ ਕੱਢ ਦਿੱਤਾ, ਪੰਜਾਬੀ ਬੋਲਦੇ ਇਲਾਕੇ। ਇਹ ਇਤਿਹਾਸ ਹੈ, ਕੋਈ ਮਿਥਿਹਾਸ ਨਹੀਂ। ਇਹ ਸਾਡੇ ਸਾਰੇ ਬਜ਼ੁਰਗ ਜਿਹੜੇ ਜਾਣਦੇ ਨੇ ਇਹਨਾਂ ਗੱਲਾਂ ਨੂੰ ਸਾਰੀਆਂ ਨੂੰ। ਤੇ ਹੁਣ ਤੁਸੀਂ ਦੇਖ ਲਓ, ਆ ਕਿਸਾਨੀ ਮੋਰਚਾ ਚੱਲਦਾ ਰਿਹਾ, ਕੀ ਹੋਇਆ ਸਾਡੇ ਨਾਲ, ਕਿੰਨਾ ਨੁਕਸਾਨ ਸਾਡਾ ਹੋਇਆ ਪੰਜਾਬ ਦਾ, ਇੰਨਾ ਕਿਸੇ ਦਾ ਹੋਇਆ ਹੋਵੇਗਾ। ਤੁਸੀਂ ਵੀ ਇੱਥੋਂ ਹਰ ਮਦਦ ਕਰਦੇ ਰਹੇ ਹੋ ਪੈਸਿਆਂ ਰਾਹੀਂ, ਕਿਸੇ ਤਰੀਕੇ ਦੇ ਨਾਲ, ਵੀ ਉਹ ਮੋਰਚਾ ਕਾਮਯਾਬ ਹੋ ਜਾਵੇ, ਉਸ ਮੋਰਚੇ ਵਿੱਚ ਕੋਈ ਘਾਟ ਨਾ ਰਵੇ। ਉੱਥੇ ਲੰਗਰ ਵੀ ਚੱਲਦੇ ਰਹੇ, ਉੱਥੇ ਦਵਾਈਆਂ ਦੇ ਲੰਗਰ ਵੀ ਚੱਲਦੇ ਰਹੇ, ਉੱਥੇ ਕੱਪੜੇ ਦੀ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਉੱਥੇ ਪੰਜਾਬ ਸਭ ਤੋਂ ਵੱਧ, ਪੰਜਾਬ ਦੇ ਲੋਕ ਅੰਮ੍ਰਿਤਧਾਰੀ ਆਪਣੇ ਸਿੱਖ ਬੈਠੇ ਸਨ। ਤੇ ਨੁਕਸਾਨ ਜਿਹੜੀਆਂ ਮੌਤਾਂ ਹੋਈਆਂ ਨੇ, ਉਹ ਵੀ ਤੁਸੀਂ ਗਿਣ ਕੇ ਵੇਖ ਲਓ, ਸਭ ਤੋਂ ਜ਼ਿਆਦੀਆਂ ਪੰਜਾਬ ਦੀਆਂ ਹੋਈਆਂ ਨੇ। ਇਹ ਉਦੋਂ ਦਾ ਹੀ ਚੱਲਦਾ ਆ ਰਿਹਾ, 47 ਤੋਂ ਬਾਅਦ ਹੀ ਧੱਕੇ ਉਸੇ ਤਰ੍ਹਾਂ ਹੀ ਚੱਲਦੇ ਪਏ ਨੇ, ਅਜੇ ਤੱਕ ਉਦੋਂ ਹੀ ਚੱਲਦੇ ਪਏ ਨੇ। ਆ ਥੋੜੇ ਦਿਨ ਹੋ ਗਏ, ਕੱਲ ਪਰਸੋਂ ਇੱਕ ਖਬਰ ਆਉਂਦੀ ਪਈ ਸੀ, ਮਾਨ ਸਾਹਿਬ ਦੇ ਕਿਸਾਨ ਵਿਚਾਰਾ 4-5 ਲੱਖ ਕਰਜ਼ਾ ਦੇਣਾ ਇਹ ਨਹੀਂ ਸੁਸਾਈਡ ਕਰ ਗਿਆ। ਅੱਜ ਵੀ ਸਾਡੇ ਕਿਸਾਨ ਜਿਹੜੇ ਨੇ ਉਹ ਮਰ ਰਹੇ ਨੇ, ਕਰਜ਼ਾ ਨਹੀਂ ਲੈ ਰਿਹਾ, ਜਿਹੜਾ ਕਰਜ਼ਾ ਚੜ ਗਿਆ ਹੈ ਸਿਰ ਤੇ। ਪਰ ਮੈਂ ਇੱਕ ਬੇਨਤੀ ਕਰਾਂਗਾ, ਜੇ ਤੁਹਾਨੂੰ ਰੱਬ ਨੇ ਦਿੱਤਾ ਹੈ ਇਹਨਾਂ ਦੇਸ਼ਾਂ ਦੇ ਵਿੱਚ, ਤੁਸੀਂ ਸਹੀ ਰਹਿੰਦੇ ਹੋ, ਤੇ ਉਹਨਾਂ ਜਿਹੜੇ ਗਰੀਬ ਕਿਸਾਨ ਨੇ, ਜਿਹੜੇ ਲੋੜਵੰਦ ਨੇ, ਜ਼ਰੂਰ ਉਹਨਾਂ ਦੀ ਮਦਦ ਕਰੋ। ਜਿਹਦਾ ਕੋਈ 2-4 ਲੱਖ, ਕੋਈ ਬਹੁਤਾ ਕਰਜ਼ਾ ਨਹੀਂ ਇੰਨਾ ਹੁੰਦਾ 2-4 ਲੱਖ, ਉਹਦੇ ਬਦਲੇ ਬੰਦਾ ਆਪਣੀ ਜਾਨ ਦੇ ਦੇਵੇ, ਆਪਣੇ ਪਰਿਵਾਰ ਨੂੰ, ਉਹਨਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ। ਇਹ ਸਾਨੂੰ ਸੋਚਣਾ ਚਾਹੀਦਾ, ਆਪਣੇ ਪੰਜਾਬ ਨੂੰ ਤਗੜਾ ਕਰੋ। ਇਹ ਜਿਹੜੀਆਂ ਸ਼ਹੀਦੀਆਂ ਹੋਈਆਂ ਆਜ਼ਾਦੀ ਵਾਸਤੇ, ਇੰਨਾ ਸੰਘਰਸ਼ ਹੋਇਆ, ਜਿਹਦੇ ਵਿੱਚ ਆਪਾਂ ਕਹਿੰਦੇ ਆ ਪੰਜਾਬ ਨੇ 93% ਸ਼ਹੀਦੀਆਂ ਦਿੱਤੀਆਂ ਨੇ, 93% ਕੁਰਬਾਨੀਆਂ ਕੱਲੇ ਪੰਜਾਬ ਦੀਆਂ ਹਨ। ਪਰ ਉਹਦੀ ਪ੍ਰਾਪਤੀ ਵੇਖ ਲਓ ਆਪਾਂ ਨੂੰ ਕੀ ਹੋਈ ਹੈ। ਇਹ ਇਸ ਕਰਕੇ ਮੈਂ ਬੇਨਤੀ ਕੀਤੀ, ਕਿਉਂਕਿ ਇਹ ਅੱਜ ਦੀ ਆ ਜਿਹੜਾ ਦਿਹਾੜਾ ਲੰਘ ਕੇ ਗਿਆ 23 ਤਰੀਕ, ਉਦਣ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਨ ਸੀ। ਕਿਉਂਕਿ ਸਾਨੂੰ ਸ਼ਹੀਦੀ ਜਿੱਥੇ ਯਾਦ, ਉੱਥੇ ਸਾਨੂੰ ਇਤਿਹਾਸ ਵੀ ਯਾਦ ਹੋਣਾ ਚਾਹੀਦਾ ਵੀ ਇਹ ਸ਼ਹੀਦੀ ਹੋਈ ਕਾਹਤੋਂ,
ਇਹਦਾ ਕਾਰਨ ਕੀ ਸੀ, ਇਹਦਾ ਮੁੱਢ ਕੀ ਸੀ, ਇਹ ਸਾਰਾ ਕੋਈ ਕਾਹਦੇ ਲਈ ਹੋਇਆ ਤੇ ਪ੍ਰਾਪਤੀ ਸਾਨੂੰ ਕੀ ਹੋਈ ਹੈ ਉਹਦੇ ਬਦਲੇ। ਖੈਰ, ਗੁਰੂ ਹਰਿ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਵੀ ਆਉਣ ਵਾਲਾ ਹੈ 30 ਤਰੀਕ ਨੂੰ। ਹੁਣ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੋਂ ਮਹਾਰਾਜ ਇਹ ਗੁਰਤਾ ਗੱਦੀ ਦੇ ਮਾਲਕ ਬਣਦੇ ਹਨ। 7ਵੇਂ ਪਾਤਸ਼ਾਹ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਗੁਰਤਾ ਗੱਦੀ ਏ ਉਹ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ, ਪੋਤਰੇ ਨੂੰ ਜਾ ਕੇ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਇਹ ਹੁਣ ਗੁਰੂ ਦੀ ਮਰਜ਼ੀ ਹੈ ਕਿ ਉਹਨੇ ਦਾਤ ਕਿਹਨੂੰ ਦੇਣੀ। ਜਦੋਂ ਭਾਈ ਗੁਰਦਾਸ ਜੀ ਦੇ ਇੱਕ ਵਾਰ ਪੜ੍ਹਦੇ ਆ ਨਾ ਕਿ 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਉਹਨਾਂ ਨੇ ਉਚਾਰਨ ਕੀਤੀ ਹੈ ਕਿ 5 ਪਿਆਲੇ ਸਤ ਸੰਤੋਖ ਦਇਆ ਧਰਮ ਤੇ ਧੀਰਜ, ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਕੋਲ ਹੈ। 5 ਪੀਰ ਤੋਂ ਭਾਵ ਹੈ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ। ਉਹਨਾਂ ਦਾ ਹੀ ਰੂਪ ਨੇ, ਉਸੇ ਹੀ ਜੋਤ ਦੇ ਮਾਲਕ ਨੇ। 5 ਪਿਆਲੇ 5 ਪੀਰ ਛਟਮ ਪੀਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਇਸ ਜੋਤ ਦੇ ਮਾਲਕ ਬਣਦੇ ਨੇ, ਤਖਤ ਦੇ ਮਾਲਕ ਬਣਦੇ ਨੇ। ਛਟਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਜੋਤ ਦੇ ਮਾਲਕ ਬਣਦੇ ਹਨ। ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ। ਭਾਈ ਗੁਰਦਾਸ ਕਹਿੰਦੇ ਨੇ ਸੋਡੀਆਂ ਦੀ ਇਹ ਪੀੜੀ, ਇਹ ਜੋਤ ਚੱਲਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਬਾਅਦ, ਉਹਨਾਂ ਤੋਂ ਸ਼ੁਰੂ ਹੁੰਦੀ ਏ। ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹ ਦਲ ਭੰਜਨ ਵਾਲੇ ਨੇ, ਦੁਸ਼ਮਣ ਦਾ ਨਾਸ਼ ਕਰਨ ਵਾਲੇ ਨੇ। ਉਹ ਬੜੇ ਸੂਰਮੇ ਨੇ ਤੇ ਕੱਲੇ ਸੂਰਮੇ ਨਹੀਂ, ਦਲ ਭੰਜਨ ਵਾਲੇ ਨਹੀਂ, ਵੱਡ ਜੋਧੇ ਵੀ ਬੜੇ ਨੇ ਪਰ ਨਾਲ ਪਰਉਪਕਾਰੀ ਬੜੇ ਨੇ। ਮੇਰੇ ਗੁਰੂ ਵਰਗਾ ਕੋਈ ਪਰਉਪਕਾਰੀ ਨਹੀਂ। ਉਹ ਪੈਂਦੇ ਖਾਂ ਵਰਗੇ ਨੂੰ ਵੀ ਜਿਹੜਾ ਮਰਦਾ ਪਿਆ ਉਹਨੂੰ ਵੀ ਕਹਿੰਦੇ ਨੇ ਹਾਏ ਅੰਮਾ, ਉਹ ਕਹਿੰਦਾ ਤੇ ਮਹਾਰਾਜ ਕਹਿੰਦੇ ਹੁਣ ਮਾਂ ਨੂੰ ਨਹੀਂ ਚੇਤੇ, ਹੁਣ ਰੱਬ ਨੂੰ ਅੱਲਾਹ ਨੂੰ ਚੇਤੇ ਕਰ। ਇਹ ਹੈ ਪਰਉਪਕਾਰੀ ਬਿਰਤੀ। ਸਿੱਖ ਨੂੰ ਵੀ ਗੁਰੂ ਨੇ ਪਰਉਪਕਾਰੀ ਬਣਾਇਆ ਹੈ। ਸਾਡੀ ਤੇ ਅਰਦਾਸ ਦੀ ਸਮਾਪਤੀ ਇੱਥੇ ਆਣ ਕੇ ਹੁੰਦੀ ਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਤਾਂ ਮੰਗਦਾ ਹੀ ਸਰਬੱਤ ਦਾ ਭਲਾ ਹੈ। ਸਰਬੱਤ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਉਹ ਕਦੀ ਕਿਸੇ ਦਾ ਮਾੜਾ ਨਹੀਂ ਸੋਚਦਾ। ਸਿੱਖ ਸਰਬੱਤ ਦਾ ਹੀ ਭਲਾ ਮੰਗਦਾ ਹੈ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ। ਸਿੱਖ ਪੁੱਛਦੇ ਨੇ ਮਹਾਰਾਜ 6ਵੇਂ ਗੁਰੂ ਸਾਹਿਬਾਨ ਤੋਂ ਵੀ ਅੱਗੇ ਕਿੰਨੇ ਗੁਰੂ ਸਾਹਿਬਾਨ ਇਸ ਗੁਰਤਾ ਗੱਦੀ ਦੇ ਮਾਲਕ ਬਣਨਗੇ। ਤੇ ਗੁਰੂ ਸਾਹਿਬ ਨਾਲ ਉੱਤਰ ਦਿੰਦੇ ਨੇ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਜੁਗ ਜੁਗ ਸਤਿਗੁਰੂ ਧਰੇ ਅਵਤਾਰੀ। ਜੁਗ ਤੋਂ ਭਾਵ ਹੈ 2, 2 ਤੋਂ ਭਾਵ 4 ਕਿ 4 ਗੁਰੂ ਸਾਹਿਬਾਨ ਹੋਰ ਗੁਰਤਾ ਗੱਦੀ ਦੇ ਮਾਲਕ ਬਣਨਗੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ, ਜਿੱਥੇ ਸ਼ਸਤਰ ਧਾਰਨ ਸੱਚੇ ਪਾਤਸ਼ਾਹ ਜੀ ਨੇ ਕੀਤੇ, ਜਿੱਥੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 4 ਜੰਗਾਂ ਵੀ ਆਪਣੇ ਜੀਵਨ ਵਿੱਚ ਲੜੀਆਂ ਹਨ ਤੇ ਚਾਰੇ ਦੀਆਂ ਚਾਰੀਆਂ ਜਿੱਤੀਆਂ ਨੇ ਸੱਚੇ ਪਾਤਸ਼ਾਹ ਜੀ ਨੇ। ਹੁਣ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਫੌਜ ਵੀ ਹੈ, ਸਭ ਕੁਝ ਹੈ, ਪਰ ਜਦੋਂ ਗੁਰਤਾ ਗੱਦੀ ਦੀ ਦਾਤ ਦੇਣ ਲੱਗੇ ਨੇ ਉਦੋਂ ਆਪਣੇ ਪੋਤਰੇ ਨੂੰ ਦਿੰਦੇ ਪਏ ਨੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ 5 ਪੁੱਤਰ ਨੇ। ਇੱਕ ਉਹਨਾਂ ਦੀ ਬੇਟੀ ਬੀਬੀ ਵੀਰੋ ਜੀ ਹੈ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਨੇ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਟਲ ਰਾਏ ਜੀ, ਸਭ ਤੋਂ ਛੋਟੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ। ਹੁਣ ਗੁਰਤਾ ਗੱਦੀ ਗੁਰੂ ਦੀ ਮਰਜ਼ੀ ਕਿਹਨੂੰ ਦਾਤ ਦੇਣੀ ਏ ਇਹ ਗੁਰੂ ਜਾਣਦਾ ਹੈ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਿਆਈ ਜਿਹੜੀ ਹੈ ਉਹ ਆਪਣੇ ਪੋਤਰੇ ਨੂੰ ਦਿੱਤੀ ਹੈ, ਕਿਉਂਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਲੱਗਦੇ ਨੇ ਗੁਰੂ ਹਰਿ ਸੱਚੇ ਪਾਤਸ਼ਾਹ ਜੀ। ਬਾਬਾ ਗੁਰਦਿੱਤਾ ਜੀ ਦੇ 2 ਸੁਪੁੱਤਰ ਹਨ, ਬਾਬਾ
ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਤੇ ਧੀਰਮਲ ਨੂੰ ਗੱਦੀ ਨਹੀਂ ਦਿੱਤੀ, ਗੁਰੂ ਹਰਿ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਹੈ। ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੋਂ ਦੋ ਸਪੁੱਤਰ ਨੇ, ਬਾਬਾ ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ। ਹੁਣ ਗੁਰੂ ਹਰਿ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਮਾਲਕ ਬਣਦੇ, ਉਹਨਾਂ ਕੋਲ ਫੌਜ ਵੀ ਏ, ਘੋੜੇ ਵੀ ਨੇ, ਸ਼ਸਤਰ ਵੀ ਨੇ, ਸਭ ਕੁਝ ਹੈ। ਪਰ ਸਤਿਗੁਰੂ ਨੇ ਕੋਈ ਵੀ ਜੰਗ ਨਹੀਂ ਕੀਤੀ ਆਪਣੇ ਜੀਵਨ ਦੇ ਵਿੱਚ, ਕੋਈ ਯੁੱਧ ਨਹੀਂ ਕੀਤਾ। ਇਹ ਗੁਰੂ ਦੀ ਮਰਜ਼ੀ ਹੈ, ਗੁਰੂ ਦੀ ਕਲਾ ਹੈ, ਇਹ ਗੁਰੂ ਹੀ ਜਾਣਦਾ ਹੈ। ਪਰ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੁਨੀਆ ਦੇ ਭਲੇ ਵਾਸਤੇ ਬੜਾ ਵੱਡਾ ਇੱਕ ਦਵਾਖਾਨਾ ਖੋਲ੍ਹਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਔਰੰਗਜ਼ੇਬ ਨੇ ਦਾਰਾ ਸ਼ਿਕੋ ਨੂੰ ਮਾਰਨ ਵਾਸਤੇ, ਇਤਿਹਾਸ ਕਹਿੰਦਾ ਹੈ, ਉਹਨੇ ਸ਼ੇਰ ਦੀ ਮੁੱਛ ਦਾ ਵਾਲ ਉਹਨੂੰ ਖਵਾ ਦਿੱਤਾ, ਬਿਮਾਰ ਹੋ ਗਿਆ, ਉਹਨੂੰ ਕਿਧਰੇ ਵੀ ਇਲਾਜ ਨਾ ਮਿਲਿਆ। ਅਖੀਰ ਤੇ ਉਹਦਾ ਇਲਾਜ ਜਿਹੜਾ ਹੈ ਉਹ ਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਇਲਾਜ ਹੋਇਆ। ਐਡਾ ਗੁਰੂ ਪਰਉਪਕਾਰੀ ਏ, ਭਾਵੇਂ ਕਿ ਗੁਰੂ ਨੂੰ ਪਤਾ ਹੈ ਔਰੰਗਜ਼ੇਬ ਜਿਹੜਾ ਹੈ ਉਹ ਗੁਰੂ ਘਰ ਦਾ ਵਿਰੋਧੀ ਵੀ ਏ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਜੰਗਾਂ ਵੀ ਹੋਣੀਆਂ ਨੇ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਵੀ ਇਹਨੇ ਕਰਾਣੀ ਏ। ਇਹ ਦੁਨੀਆ ਉੱਤੇ ਜ਼ੁਲਮ ਕਰਦਾ ਪਿਆ, ਧੱਕਾ ਪਿਆ ਕਰਦਾ ਏ, ਪਰ ਫਿਰ ਵੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਮੰਗਣ ਵਾਲੇ ਉਹਦਾ ਇਲਾਜ ਪੈ ਕਰਦੇ ਨੇ। ਇਹ ਗੁਰੂ ਹੈ ਨਿਰਵੈਰ ਤੇ ਨਿਰਭਉ। ਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਕਿਸੇ ਨਾਲ ਡਰ ਨਹੀਂ ਕਿਸੇ ਦਾ ਗੁਰੂ ਨੂੰ। ਗੁਰੂ ਸਦਾ ਹੀ ਭਲਾ ਮੰਗਣ ਵਾਲਾ ਹੈ। ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਨਹੀਂ ਉਚਾਰਨ ਕੀਤੀ, ਕੇਵਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸਿੱਖੀ ਦਾ ਦੁਨੀਆ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ। ਉਹਨਾਂ ਦਾ ਗੁਰਤਾ ਗੱਦੀ ਪੁਰਬ ਹੈ। ਇਤਿਹਾਸ ਕਹਿੰਦਾ ਇੱਕ ਦਿਨ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਬਗੀਚੇ ਵਿੱਚ ਜਾ ਰਹੇ ਸਨ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨਾਲ ਹਨ, ਤੇ ਅਚਨਚੇਤ ਕੋਈ ਫੁੱਲ ਡਿੱਗ ਪਿਆ ਬਗੀਚੇ ਦੇ ਵਿੱਚੋਂ, ਖਿੜੇ ਹੋਏ ਫੁੱਲਾਂ ਦੇ ਵਿੱਚੋਂ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਮਹਾਰਾਜ ਨੇ ਕਿਹਾ ਕਿ ਜਦੋਂ ਤੁਸੀਂ ਤੁਰਨਾ ਹੈ ਧਿਆਨ ਨਾਲ ਤੁਰਨਾ ਹੈ, ਕਿ ਇੱਕ ਨਿਰਦੋਸ਼ ਫੁੱਲ ਡਿੱਗ ਪਿਆ, ਇਹ ਵੀ ਨਹੀਂ ਡਿੱਗਣਾ ਚਾਹੀਦਾ। ਇੰਨਾ ਗੁਰੂ ਕੋਮਲ ਹੈ, ਗੁਰੂ ਦੇ ਅੰਦਰ ਇਹੋ ਜੀ ਦਇਆ ਭਰੀ ਹੈ। ਉਹ ਇੱਕ ਫੁੱਲ ਡਿੱਗਿਆ ਹੋਇਆ ਵੀ ਕਿਤੇ ਨਹੀਂ ਡਿੱਗਣਾ ਚਾਹੀਦਾ। ਭਾਵ ਦੁਨੀਆ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਣ ਦੇਣਾ। ਇਹ ਗੁਰੂ ਦੇ ਘਰ ਦਾ ਸਿਧਾਂਤ ਹੈ, ਇਹ ਗੁਰੂ ਦੇ ਘਰ ਦੀ ਮਰਿਆਦਾ ਹੈ। ਗੁਰੂ ਕਿਸੇ ਤੇ ਨਾ ਧੱਕਾ ਕਰਦਾ ਹੈ, ਤੇ ਜੇ ਕੋਈ ਗੁਰੂ ਦੇ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਗੁਰੂ ਉਹਨੂੰ ਉਸ ਤਰੀਕੇ ਨਾਲ ਜਵਾਬ ਵੀ ਦਿੰਦਾ ਹੈ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਸਰਬੱਤ ਦਾ ਭਲਾ ਮੰਗਦਾ ਏ, ਇਸ ਕਰਕੇ ਸਿੱਖ ਵੀ ਸਰਬੱਤ ਦਾ ਭਲਾ ਮੰਗਦਾ ਹੈ। ਸਾਡੀ ਵੀ ਅਰਦਾਸ ਦੀ ਸਮਾਪਤੀ ਸਰਬੱਤ ਦੇ ਭਲੇ ਤੇ ਆਣ ਕੇ ਹੁੰਦੀ ਏ। ਅਸੀਂ ਗੁਰੂ ਅੱਗੇ ਅਰਦਾਸ ਕਰੀਏ, ਜਿਸ ਗੁਰੂ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਅਸੀਂ ਗਿਣ ਨਹੀਂ ਸਕਦੇ ਕਿੰਨੇ ਕੁ ਪਦਾਰਥ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੇ ਨੇ। ਅਸੀਂ ਗੁਰੂ ਦਾ ਸ਼ੁਕਰ ਕਰੀਏ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਹੱਥ ਪੈਰ ਜ਼ੁਬਾਨ ਅੱਖਾਂ ਕੰਨ, ਇਹ ਸਾਰਾ ਕੁਝ ਦਿੱਤਾ ਹੋਇਆ ਗੁਰੂ ਦਾ ਹੈ। ਪਰ ਗੁਰੂ ਦਾ ਸ਼ੁਕਰ ਕਿਵੇਂ ਕਰਨਾ ਹੈ, ਗੁਰੂ ਦਾ ਧੰਨਵਾਦ ਕਿਵੇਂ ਕਰਨਾ ਹੈ। ਰੋਜ਼ ਜਪਜੀ ਸਾਹਿਬ ਵਿੱਚ ਸੱਚੇ ਪਾਤਸ਼ਾਹ ਸਾਨੂੰ ਯਾਦ ਕਰਾਉਂਦੇ ਨੇ, ਸਾਚਾ ਸਾਹਿਬ ਸਾਚ ਨਾਈ ਭਾਖਿਆ ਪਾਉ ਅਪਾਰ। ਰੱਬ ਸੱਚਾ ਏ, ਉਹਦੀ ਬੋਲੀ ਬੜੀ ਮਿੱਠੀ ਹੈ, ਉਹ ਜਦੋਂ ਵੀ ਬੋਲਦਾ ਬੜਾ ਹੀ ਮਿੱਠਾ ਬੋਲਦਾ। ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ, ਆਖੇ ਮੰਗੇ ਦੇਹ ਦੇ। ਰੋਜ਼ ਮੰਗਦੇ ਆ, ਦਾਤ ਕਰੇ ਦਾਤਾਰ, ਹਰ ਦਾਤ ਦਿੰਦਾ ਏ। ਸਤਿਗੁਰੂ ਕਹਿੰਦੇ ਫਿਰ ਕਹਿ ਅੱਗੇ ਰੱਖੀਐ, ਜੇ ਦਿਸੈ ਦਰਬਾਰ ਕੀ ਰੱਖਾਂ ਤੈਨੂੰ, ਤੇਰਾ ਮੇਰੇ ਨਾਲ ਪਿਆਰ ਬਣ ਜਾਵੇ। ਇੱਕੋ ਹੀ ਤਰੀਕਾ ਸੱਚੇ ਪਾਤਸ਼ਾਹ ਨੇ ਦੱਸਿਆ, ਮਹੋ ਕਹਿ ਬੋਲਣ ਬੋਲੀਏ ਜੇ ਸੁਨ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗੁਰੂ ਕਹਿੰਦਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਯਾਦ ਵਿੱਚ ਬਹਿਣਾ, ਗੁਰੂ ਦਾ ਧੰਨਵਾਦ ਕਰਨਾ, ਵਾਹਿਗੁਰੂ ਵਾਹਿਗੁਰੂ ਜਾਪ ਕਰਨਾ, ਮੂਲ ਮੰਤਰ ਦਾ ਜਾਪ ਕਰਨਾ, ਇਹ ਗੁਰੂ ਦਾ ਧੰਨਵਾਦ ਕਰਨ ਦਾ ਤਰੀਕਾ ਹੈ। ਗੁਰੂ ਦਾ ਸ਼ੁਕਰ ਕਰਨ ਦਾ ਗੁਰੂ ਨੇ ਸਾਨੂੰ ਤਰੀਕਾ ਦੱਸਿਆ ਹੈ। ਸਤਿਗੁਰੂ ਕਿਰਪਾ ਕਰੇ ਅਸੀਂ ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਰਜ਼ਾ ਵਿੱਚ, ਗੁਰੂ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ। ਫਿਰ ਸਾਡਾ ਇਹ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਬੇਅੰਤ ਭੁੱਲਾਂ ਹੋਈਆਂ ਨੇ, ਗੁਰੂ ਗ੍ਰੰਥ ਸਾਹਿਬ ਅਤੇ ਸਾਧ ਸੰਗਤ ਕਿਰਪਾ ਕਰਕੇ ਬਖਸ਼ ਦਿਆ ਜੇ।
ਅਗਲਾ ਪ੍ਰੋਗਰਾਮ ਗੁਰੂ ਘਰ ਦੇ ਸੈਕਟਰੀ ਸਾਹਿਬ ਆਪ ਜੀ ਨੂੰ ਸਰਵਣ ਕਰਾਣਗੇ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।